ਸਾਥੀਓ, ਇੱਕ ਵਾਰ ਫੇਰ ਤੋਂ ਪੰਜਾਬੀ ਯੂਨੀਵਰਸਿਟੀ ਸੈਂਟਰ ਫॉर ਈ ਲਰਨਿੰਗ ਐਂਡ ਟੀਚਿੰਗ ਐਕਸਲੈਂਸ ਵਿੱਚ ਤੁਹਾਡਾ ਸਵਾਗਤ ਹੈ। ਲਾਸਟ ਟਾਈਮ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਅਸੀਂ ਡਿਸਕਸ਼ਨ ਕੀਤੀ ਸੀ ਲਾਈਕ ਲੈਟ ਅਸ ਲਰਨ ਗੂਗਲ ਕਲਾਸਰੂਮ ਪਾਰਟ 1 ਨੂੰ ਡਿਸਕਸ ਕੀਤਾ ਸੀ। ਉਸੇ ਸੀਰੀਜ਼ ਦੇ ਵਿੱਚ ਸਾਡਾ ਉਪਰਾਲਾ ਹੈ ਪਾਰਟ 2 ਦੇ ਵਿੱਚ ਗੂਗਲ ਕਲਾਸਰੂਮ ਦੇ ਵਿੱਚ ਹੋਰ ਕੀ ਫੈਸਿਲਿਟੀਜ਼ ਹਨ ਉਸ ਨੂੰ ਡਿਸਕਸ ਕਰੀਏ। ਜਿਵੇਂ ਕਿ ਸੈਂਟਰ ਫॉर ਈ ਲਰਨਿੰਗ ਐਂਡ ਟੀਚਿੰਗ ਐਕਸਲੈਂਸ ਪੰਜਾਬੀ ਯੂਨੀਵਰਸਿਟੀ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਸਾਡੇ ਅਧਿਆਪਕਾਂ ਲਈ ਆਨਲਾਈਨ ਟੀਚਿੰਗ ਨੂੰ ਅਸੀਂ ਵੱਧ ਤੋਂ ਵੱਧ ਇਫੈਕਟਿਵ ਬਣਾਉਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ, ਉਹਦੇ ਲਈ ਸਮੇਂ-ਸਮੇਂ ਸਿਰ ਵੀਡੀਓਜ਼ ਅਪਲੋਡ ਕਰਦੇ ਹਾਂ। ਸੋ ਉਸੇ ਸ਼੍ਰੰਖਲਾ ਦੇ ਵਿੱਚ ਗੂਗਲ ਕਲਾਸਰੂਮ ਵਿਸ਼ੇ ਦੇ ਉੱਤੇ ਅੱਜ ਅਸੀਂ ਪਾਰਟ 2 ਅਪਲੋਡ ਕਰ ਰਹੇ ਹਾਂ। ਜੋ ਪਾਰਟ 1 ਅਸੀਂ ਕਵਰ ਕੀਤਾ ਸੀ ਉਸ ਦੇ ਵਿੱਚ ਜੋ ਟੌਪਿਕਸ ਕਵਰ ਕੀਤੇ ਸਨ, ਅਸੀਂ ਕੁਇਕਲੀ ਜੇ ਰੀਕੈਪ ਕਰੀਏ ਤਾਂ ਅਸੀਂ ਗੂਗਲ ਕਲਾਸਰੂਮ ਕਿਵੇਂ ਕ੍ਰੀਏਟ ਕਰ ਸਕਦੇ ਹਾਂ, ਅਸੀਂ ਗੂਗਲ ਕਲਾਸਰੂਮ ਦੇ ਵਿੱਚ ਟੌਪਿਕਸ ਕਿਵੇਂ ਕ੍ਰੀਏਟ ਕਰਦੇ ਹਾਂ, ਗੂਗਲ ਕਲਾਸਰੂਮ ਦੇ ਵਿੱਚ ਸਟੱਡੀ ਮਟੀਰੀਅਲ ਨੂੰ ਕਿਸ ਤਰ੍ਹਾਂ ਐਡ ਕੀਤਾ ਜਾਂਦਾ ਹੈ ਅਤੇ ਸਟੂਡੈਂਟਸ ਨੂੰ ਅਸੀਂ ਗੂਗਲ ਕਲਾਸਰੂਮ ਦੇ ਵਿੱਚ ਕਿਸ ਤਰ੍ਹਾਂ ਐਡਸ ਕਰ ਸਕਦੇ ਹਾਂ, ਅਸਾਈਨਮੈਂਟਸ ਗੂਗਲ ਕਲਾਸਰੂਮ ਦੇ ਵਿੱਚ ਕਿਸ ਤਰ੍ਹਾਂ ਕ੍ਰੀਏਟ ਕਰਨੀਆਂ ਹਨ, ਅਸਾਈਨਮੈਂਟਸ ਨੂੰ ਅਸੀਂ ਕਿਸ ਤਰ੍ਹਾਂ ਭੇਜ ਸਕਦੇ ਹਾਂ ਜੋ ਸਟੂਡੈਂਟ ਸਾਡੀ ਕਲਾਸ ਦੇ ਵਿੱਚ ਐਡਿਡ ਹਨ, ਔਰ ਅਸੀਂ ਉਹਨਾਂ ਅਸਾਈਨਮੈਂਟਸ ਨੂੰ ਕਿਸ ਤਰ੍ਹਾਂ ਇਵੈਲੂਏਟ ਕਰ ਸਕਦੇ ਹਾਂ। ਇਹ ਸਭ ਅਸੀਂ ਪਾਰਟ 1 ਦੇ ਵਿੱਚ ਕਵਰ ਕੀਤਾ ਸੀ। ਅਗਰ ਜੇ ਤੁਸੀਂ ਹਜੇ ਤੱਕ ਗੂਗਲ ਕਲਾਸਰੂਮ ਪਾਰਟ 1 ਦੀ ਵੀਡੀਓ ਨਹੀਂ ਦੇਖੀ ਹੈ ਤਾਂ ਸਾਡੀ ਗੁਜ਼ਾਰਿਸ਼ ਹੈ ਤੁਸੀਂ ਇੱਕ ਵਾਰੀ ਗੂਗਲ ਪਾਰਟ 1 ਨੂੰ ਜ਼ਰੂਰ ਦੇਖੋ ਤਾਂ ਕਿ ਪਾਰਟ 2 ਨੂੰ ਅਸੀਂ ਹੋਰ ਵੀ ਬਿਹਤਰ ਤਰੀਕੇ ਨਾਲ ਸਮਝ ਸਕੀਏ। ਸੋ ਅੱਜ ਜਿਹੜਾ ਕੀ ਟੌਪਿਕਸ ਜਿਹੜੇ ਹਨ ਅਸੀਂ ਗੂਗਲ ਪਾਰਟ 2 ਜਿਹੜਾ ਕਰ ਰਹੇ ਹਾਂ ਗੂਗਲ ਕਲਾਸਰੂਮ ਦਾ, ਉਹਦੇ ਵਿੱਚ ਕੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਹੈ ਕੁਇਜ਼ਿਸ। ਕੁਇਜ਼ਿਸ ਦਾ ਮਤਲਬ ਹੈ ਕਿ ਜੋ ਵੀ ਅਸੀਂ ਬੱਚਿਆਂ ਦੀ ਇਵੈਲੂਏਸ਼ਨ ਕਰਨੀ ਹੈ ਉਸ ਦੇ ਲਈ ਜੋ ਵੀ ਅਸੀਂ ਉਹਨਾਂ ਲਈ ਕੁਐਸਚਨ ਪੇਪਰ ਬਣਾਉਣਾ ਹੈ, ਉਹਨਾਂ ਲਈ ਐਗਜ਼ਾਮੀਨੇਸ਼ਨ ਸੈੱਟ ਕਰਨੇ ਹਨ, ਚਾਹੇ ਉਹ ਸਾਡੀਆਂ ਸਰਪ੍ਰਾਈਜ਼ ਟੈਸਟ ਹੋਣ, ਚਾਹੇ ਸਾਡੇ ਉਹ ਡੇ ਟੂ ਡੇ ਕੁਇਜ਼ਿਸ ਹੋਣ ਜਾਂ ਸਾਡੇ ਮਿਡ ਸਮੈਸਟਰ ਟੈਸਟ ਹੋਣ ਜਾਂ ਫਾਈਨਲ ਐਗਜ਼ਾਮ ਹੋ, ਉਸ ਨੂੰ ਬਣਾਉਣ ਲਈ ਸਾਡੇ ਕੋਲ ਕਿਸ ਤਰ੍ਹਾਂ ਦੀਆਂ ਫੈਸਿਲਿਟੀਜ਼ ਹਨ। ਦੂਸਰੀਆਂ, ਜਦੋਂ ਅਸੀਂ ਗੂਗਲ ਕਲਾਸਰੂਮ ਦੇ ਰਾਹੀਂ ਅਸੀਂ ਬੱਚਿਆਂ ਦੀਆਂ ਲਾਈਵ ਕਲਾਸਿਸ ਲੈਣੀਆਂ ਹਨ ਤਾਂ ਉਸ ਨੂੰ ਲੈਣ ਲਈ ਸਾਨੂੰ ਇੱਕ ਗੂਗਲ ਦਾ ਇੱਕ ਹੋਰ ਐਪ ਹੈ ਗੂਗਲ ਮੀਟ। ਸੋ ਉਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਸੋ ਗੂਗਲ ਮੀਟ ਦੇ ਵਿੱਚ ਅਸੀਂ ਸਿੱਖਾਂਗੇ ਲਿੰਕ ਕਿਸ ਤਰ੍ਹਾਂ ਕ੍ਰੀਏਟ ਕਰਨਾ ਹੈ, ਉਹ ਲਿੰਕ ਅਸੀਂ ਕਿਸ ਤਰ੍ਹਾਂ ਸਟੂਡੈਂਟਸ ਨੂੰ ਭੇਜਣਾ ਹੈ, ਉਸ ਦੇ ਵਿੱਚ ਕਲਾਸ ਅਸੀਂ ਕਿਸ ਤਰ੍ਹਾਂ ਸ਼ੁਰੂ ਕਰਨੀ ਹੈ ਔਰ ਕਿਸ ਤਰ੍ਹਾਂ ਅਸੀਂ ਸਕਰੀਨ ਸ਼ੇਅਰ ਕਰ ਸਕਦੇ ਹਾਂ। ਤੀਸਰੀ ਇੰਪੋਰਟੈਂਟ ਚੀਜ਼ ਜਿਹੜੀ ਅਸੀਂ ਸਿੱਖਾਂਗੇ ਅੱਜ ਇਸ ਦੇ ਵਿੱਚ ਕਿ ਅਸੀਂ ਗੂਗਲ ਮੀਟ ਦੇ ਵਿੱਚ ਬੱਚਿਆਂ ਦੀ ਜਿਹੜੀ ਡਿਜੀਟਲ ਅਟੈਂਡੈਂਸ ਹੈ ਉਹ ਕਿਸ ਤਰ੍ਹਾਂ ਲੈ ਸਕਦੇ ਹਾਂ। ਸੋ ਅੱਜ ਅਸੀਂ ਇਹ 3 ਪਾਰਟਸ ਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ, ਇਹਦੇ ਲਈ ਬੇਸਿਕ ਰਿਕੁਆਇਰਮੈਂਟਸ ਜਸਟ ਇੱਕ ਕੁਇਕ ਰੀਕੈਪ ਕਿ ਸਾਡੀ ਇੱਕ ਜੀਮੇਲ ਅਕਾਊਂਟ ਹੋਣਾ ਚਾਹੀਦਾ ਹੈ, ਜੀਮੇਲ ਆਈਡੀ ਹੋਣੀ ਚਾਹੀਦੀ ਹੈ, ਔਰ ਉਸ ਤੋਂ ਬਾਅਦ ਜੋ ਅਸੀਂ ਬਰਾਊਜ਼ਰ ਦੇ ਵਿੱਚ ਜਾ ਕੇ ਕ੍ਰੋਮ ਬਰਾਊਜ਼ਰ ਦੇ ਵਿੱਚ ਜਾ ਕੇ ਜੋ ਅਸੀਂ URL ਟਾਈਪ ਕਰਨਾ ਹੈ ਉਹ classroom.google.com ਹੈ, ਜਿਹਦੇ ਰਾਹੀਂ ਕਿ ਅਸੀਂ ਗੂਗਲ ਕਲਾਸਰੂਮ ਦੇ ਉੱਪਰ ਪਹੁੰਚ ਸਕਦੇ ਹਾਂ। ਸੋ ਹੁਣ ਅਸੀਂ ਇੱਕ ਲਾਈਵ ਡੈਮੋ ਲਵਾਂਗੇ ਜੋ ਅੱਜ ਪਾਰਟ 2 ਦੇ ਵਿੱਚ ਅਸੀਂ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਜੋ ਮੈਂ ਇਹ URL ਟਾਈਪ ਕੀਤਾ ਹੈ www.classroom.google.com, ਇਸ URL ਦੇ ਉੱਪਰ ਜਾਵਾਂਗੇ ਅਸੀਂ। ਮੈਂ ਇਸ URL ਨੂੰ ਡਾਇਰੈਕਟਲੀ PPT ਦੇ ਥਰੂ ਲਿੰਕ ਕੀਤਾ ਹੈ ਤਾਂ ਕਿ ਮੈਂ ਇੱਥੋਂ ਹੀ ਕ੍ਰੋਮ ਦੇ ਵਿੱਚ ਜਾ ਸਕਾਂ। ਸੋ ਹੁਣ ਅਸੀਂ ਦੇਖੋ ਕ੍ਰੋਮ ਦੇ ਥਰੂ ਗੂਗਲ ਕਲਾਸਰੂਮ 'ਤੇ ਜਾ ਰਹੇ ਹਾਂ ਔਰ ਗੂਗਲ ਕਲਾਸਰੂਮ ਦੇ ਉੱਪਰ ਸਾਡੇ ਕੋਲ ਉਹੀ ਪਹਿਲਾ ਪੇਜ ਜੋ ਕਿ ਅਸੀਂ ਵੀਡੀਓ ਪਾਰਟ 1 ਦੇ ਵਿੱਚ ਦੇਖਿਆ ਸੀਗਾ ਗੂਗਲ ਕਲਾਸਰੂਮ ਦੇ ਵਿੱਚ, ਸਾਨੂੰ ਉਹੀ ਸਕਰੀਨ ਫਿਰ ਦਿਖ ਰਹੀ ਹੈ। ਸੋ ਅਗਰ ਇਸ ਸਕਰੀਨ ਨੂੰ ਅਸੀਂ ਕੁਇਕਲੀ ਰੀਕੈਪ ਕਰਨ ਦੀ ਕੋਸ਼ਿਸ਼ ਕਰੀਏ, ਲੈਫਟ ਸਾਈਡ 'ਤੇ ਗੂਗਲ ਕਲਾਸਰੂਮ ਲਿਖਿਆ ਹੋਇਆ ਹੈ। ਜੇ ਇਸ ਤਰ੍ਹਾਂ ਦੂਸਰੀ ਸਾਈਡ ਦੇਖੀਏ ਤਾਂ ਪਲੱਸ ਸਾਈਨ ਹੈ ਕਿ ਅਸੀਂ ਕਲਾਸ ਕ੍ਰੀਏਟ ਕਰਨੀ ਹੈ ਜਾਂ ਜੁਆਇਨ ਕਰਨੀ ਹੈ। ਸੋ ਅਧਿਆਪਕ ਨੇ ਜਦੋਂ ਉਹਨੂੰ ਕੋਈ ਨਵੀਂ ਕਲਾਸ ਮਤਲਬ ਐਡ ਕਰਨੀ ਹੋਵੇ ਤਾਂ ਕ੍ਰੀਏਟ ਕਰਦੇ ਹਾਂ ਔਰ ਜੋ ਸਟੂਡੈਂਟਸ ਹੁੰਦੇ ਹਨ ਉਹ ਜੁਆਇਨ ਕਲਾਸ ਦੇ ਉੱਪਰ ਕਲਿੱਕ ਕਰਦੇ ਹਨ। 2 ਆਪਸ਼ਨਸ ਹਨ। ਉਸੇ ਤਰ੍ਹਾਂ ਸਾਡੇ ਕੋਲ ਗੂਗਲ ਦੇ ਐਪਸ ਦੇ ਵਿੱਚ ਕੀ ਆਪਸ਼ਨਸ ਹਨ, ਕਿਸ ਤਰ੍ਹਾਂ ਅਸੀਂ ਮੈਪਸ ਦੇ ਵਿੱਚ ਜਾਣਾ ਹੈ, YouTube ਦੇ ਵਿੱਚ ਜਾਣਾ ਹੈ, ਪਲੇ ਕਰਨੀ ਹੈ, ਜੀਮੇਲ ਦੇ ਵਿੱਚ ਜਾਣਾ ਹੈ, ਡਰਾਈਵ ਦੇ ਵਿੱਚ ਜਾਣਾ ਹੈ, ਗੂਗਲ ਕੈਲੰਡਰ ਦੇ ਵਿੱਚ ਜਾਣਾ ਹੈ, ਉਹ ਸਾਰੀਆਂ ਆਪਸ਼ਨਸ ਸਾਨੂੰ ਇੱਥੇ ਅਵੇਲੇਬਲ ਹਨ। ਸੋ ਅਸੀਂ ਜੇ ਇੱਧਰ ਦੇਖੀਏ ਤਾਂ ਲਾਈਕ ਮੇਨ ਮੈਨਿਊ ਹੈ। ਮੇਨ ਮੈਨਿਊ ਦੇ ਵਿੱਚ ਜੇ ਅਸੀਂ ਕਲਿੱਕ ਕਰੀਏ ਤਾਂ ਸਾਡੀਆਂ ਕਿਹੜੀਆਂ ਕਲਾਸਿਸ ਹਨ, ਕੈਲੰਡਰ ਕਿਸ ਤਰ੍ਹਾਂ ਹੈ, ਹਰ ਇੱਕ ਕਲਾਸ ਦੇ ਬਾਰੇ ਡਿਟੇਲ ਹੈ, ਕਿਹੜੀ ਕਲਾਸਿਸ ਨੂੰ ਮੈਂ ਟੀਚ ਕਰ ਰਿਹਾ ਹਾਂ, ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ ਹਾਂ। ਸੈਟਿੰਗਸ ਹਨ, ਸੈਟਿੰਗਸ ਦੇ ਵਿੱਚ ਜਾ ਕੇ ਅਗਰ ਤੁਸੀਂ ਦੇਖੋਗੇ
ਤਾਂ ਸੈਟਿੰਗਸ ਦੇ ਵਿੱਚ ਲਾਈਕ ਟੀਚਰ ਦਾ ਪ੍ਰੋਫਾਈਲ ਹੈ, ਅਸੀਂ ਆਪਣੀ ਪਿਕਚਰ ਲਗਾ ਸਕਦੇ ਹਾਂ। ਅਸੀਂ ਨੋਟੀਫਿਕੇਸ਼ਨਸ ਕਿਸ ਤਰ੍ਹਾਂ ਸੈੱਟ ਕਰਨੇ ਹਨ, ਈਮੇਲ ਲਾਈਕ ਰਿਸੀਵ ਈਮੇਲ ਨੋਟੀਫਿਕੇਸ਼ਨਸ, ਕਮੈਂਟਸ, ਅਸੀਂ ਕਮੈਂਟਸ ਜਿਹੜੀਆਂ ਸਾਡੀਆਂ ਪੋਸਟਸ ਹਨ ਉਹਦੇ ਉੱਤੇ ਲੋਕ ਕਮੈਂਟਸ ਕਰ ਸਕਦੇ ਹਨ। ਅਸੀਂ ਸਾਨੂੰ ਕਮੈਂਟਸ ਦੇ ਵਿੱਚ ਦੈਟ ਮੈਂਸ਼ਨ ਯੂ ਅਸੀਂ ਕਮੈਂਟਸ ਕਰ ਸਕਦੇ ਹਾਂ। ਪ੍ਰਾਈਵੇਟ ਕਮੈਂਟ ਬੱਚੇ 'ਤੇ ਕਮੈਂਟਸ ਦੇ ਸਕਦੇ ਹਾਂ। ਕਲਾਸਿਸ ਯੂ ਟੀਚ, ਲੇਟ ਸਬਮਿਸ਼ਨ ਆਫ ਸਟੂਡੈਂਟਸ ਵਰਕ, ਬੱਚਿਆਂ ਨੂੰ ਲੇਟ ਸਬਮਿਟ ਕਰ ਸਕਦੇ ਹਨ, ਰੀਸਬਮਿਸ਼ਨ ਕਰ ਸਕਦੇ ਹਨ, ਇਨਵੀਟੇਸ਼ਨ ਟੂ ਕੋ ਟੀਚ ਕਲਾਸਿਸ, ਇਹ ਸਾਰੀਆਂ ਫੈਸਿਲਿਟੀਜ਼ ਅਸੀਂ ਇਹਨਾਂ ਦੇ ਵਿੱਚੋਂ ਜੋ ਵੀ ਯੂਜ਼ ਕਰਨੀਆਂ ਹੋਣ ਅਸੀਂ ਕਰ ਸਕਦੇ ਹਾਂ। ਸੋ ਇਹ ਕੁਛ ਸੈਟਿੰਗਸ ਦੇ ਬਾਰੇ ਇਨਫੋਰਮੇਸ਼ਨ ਸੀਗੀ। ਸੋ ਅਸੀਂ ਲਾਈਕ ਹੁਣ ਅਸੀਂ ਬੇਸਿਕ ਪੇਜ ਦੇ ਉੱਤੇ ਜਾਂਦੇ ਹਾਂ। ਸੋ ਲੈਟ ਅਸ ਸੇ ਕਿ ਰਿਵਿਊ ਕਰਨਾ ਹੈ ਕਿ ਲਾਈਕ ਜਿਸ ਤਰ੍ਹਾਂ ਮੈਂ ਪ੍ਰੋਜੈਕਟ ਦਿੱਤਾ ਬੱਚਿਆਂ ਨੂੰ, ਫੀਲਡ ਵਰਕ ਔਨ ਪਬਲਿਕ ਸੈਕਟਰ ਮੈਨੇਜਮੈਂਟ, ਕਿੰਨੇ ਲੋਕਾਂ ਨੇ ਅਸਾਈਨਮੈਂਟ ਜਮ੍ਹਾਂ ਕਰਾਈ, ਕਿੰਨੇ ਲੋਕਾਂ ਨੂੰ ਅਸਾਈਨ ਕੀਤੀ ਸੀ, ਕਿਉਂਕਿ ਇਹ ਅਸੀਂ ਐਕਸਰਸਾਈਜ਼ ਕੀਤੀ ਸੀ ਇਸ ਕਰਕੇ ਇਹਦੇ ਵਿੱਚ ਜ਼ਿਆਦਾ ਡਿਟੇਲ ਨਹੀਂ ਹੈ। ਜਿਸ ਤਰ੍ਹਾਂ ਮੈਂ ਦਿਖਾਵਾਂ ਕਿ ਲਾਈਕ ਮੈਂ ਸਰਪ੍ਰਾਈਜ਼ ਟੈਸਟ ਰੱਖਿਆ ਬੱਚਿਆਂ ਲਈ, ਲਾਈਕ ਸਰਪ੍ਰਾਈਜ਼ ਟੈਸਟ ਹੋਇਆ ਬੇਸਡ ਇਵੈਲੂਏਸ਼ਨ ਫॉर ਪ੍ਰੋਡਕਸ਼ਨ ਐਂਡ ਆਪਰੇਸ਼ਨ ਮੈਨੇਜਮੈਂਟ। ਸੋ 15 ਬੱਚੇ ਟਰਨ ਇਨ ਹੋਏ, 5 ਬੱਚਿਆਂ ਨੂੰ ਅਸਾਈਨ ਹੋਈ, ਕਿਸ ਤਰ੍ਹਾਂ ਦੀ ਉਹਨਾਂ ਦੀ ਗ੍ਰੇਡਿੰਗ ਹੋਈ, ਇਹ ਸਾਰਾ ਉਸ ਦੇ ਵਿੱਚ ਅਸੀਂ ਕਰ ਸਕਦੇ ਹਾਂ। ਸੋ ਦੀਜ਼ ਆਰ ਆਲ ਦਾ ਥਿੰਗਸ ਵਿਚ ਆਰ ਅਵੇਲੇਬਲ ਇਨ ਗੂਗਲ ਕਲਾਸਰੂਮ। ਸੋ ਸਾਡਾ ਇਹ ਜਿਹੜਾ ਹੈ ਇਹ ਹੋਮ ਪੇਜ ਹੈ ਜਿਸ ਦੇ ਉੱਪਰ ਅਸੀਂ ਸਾਰੀਆਂ ਕਲਾਸਿਸ ਕ੍ਰੀਏਟ ਕੀਤੀਆਂ ਹੋਈਆਂ ਹਨ। ਸੋ ਅੱਜ ਦਾ ਸਾਡਾ ਸਭ ਤੋਂ ਪਹਿਲਾ ਵਿਸ਼ਾ ਜੋ ਹੈ ਕਿ ਅਸੀਂ ਜੇ ਗੂਗਲ ਦੇ ਵਿੱਚ ਬੱਚਿਆਂ ਦੀ ਅਸੀਂ ਕੁਇਜ਼ ਕ੍ਰੀਏਟ ਕਰਨੀ ਹੋਵੇ, ਟੈਸਟ ਕ੍ਰੀਏਟ ਕਰਨਾ ਹੋਵੇ, ਉਹ ਕਿਸ ਤਰ੍ਹਾਂ ਕਰਨਾ ਹੈ। ਸੋ ਇਸ ਦੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਜਾਵਾਂਗੇ ਕ੍ਰੀਏਟ ਦੇ ਵਿੱਚ। ਸੋ ਲਾਈਕ ਲੈਟ ਅਸ ਸੇ ਕਿ ਮੈਂ ਇੱਕ ਕਲਾਸ ਦੀ ਗੱਲ ਕਰ ਰਿਹਾ ਹਾਂ, ਮੇਰੇ ਕੋਲ MBA ਸੈਕਿੰਡ ਸਮੈਸਟਰ ਦੀ ਕਲਾਸ ਹੈ, ਮੈਂ ਇਸ ਨੂੰ ਕ੍ਰੀਏਟ ਕਲਾਸ ਨੂੰ ਲੈ ਕੇ ਆ ਰਿਹਾ ਹਾਂ। ਸੋ ਇਸ ਕਲਾਸ ਦੇ ਵਿੱਚ ਮੈਂ ਗਿਆ। ਸੋ ਇਸ ਕਲਾਸ ਦੇ ਵਿੱਚ ਜਾ ਕੇ ਲਾਈਕ ਲੈਟ ਅਸ ਸੇ ਆਈ ਹੈਵ ਟੂ ਕ੍ਰੀਏਟ ਏ ਨਿਊ ਕੁਇਜ਼, ਰਾਈਟ। ਸੋ ਮੈਂ ਕਿੱਥੇ ਜਾਵਾਂਗਾ, ਸਭ ਤੋਂ ਪਹਿਲਾਂ ਕ੍ਰੀਏਟ ਦੇ ਵਿੱਚ ਜਾਵਾਂਗਾ। ਸੋ ਕ੍ਰੀਏਟ ਦੇ ਵਿੱਚ ਜਾਣ ਲਈ ਲਾਈਕ ਲੈਟ ਅਸ ਸੇ ਮੈਂ ਹੋਮ ਸਕਰੀਨ ਦੇ ਥਰੂ ਵੀ ਕਲਾਸ ਵਰਕ ਦੇ ਵਿੱਚ ਗਿਆ। ਕਲਾਸ ਵਰਕ ਦੇ ਵਿੱਚ ਜਾ ਕੇ ਮੈਂ ਕ੍ਰੀਏਟ ਦੇ ਵਿੱਚ ਜਾਵਾਂਗਾ। ਜਦੋਂ ਕ੍ਰੀਏਟ ਦੇ ਵਿੱਚ ਜਾਵਾਂਗਾ ਇੱਥੇ ਆਪਸ਼ਨਸ ਆਉਂਦੀਆਂ ਹਨ, ਅਸਾਈਨਮੈਂਟ, ਕੁਇਜ਼ ਅਸਾਈਨਮੈਂਟ, ਕੁਐਸਚਨਸ, ਮਟੀਰੀਅਲ, ਰੀਯੂਜ਼, ਪੋਸਟ, ਟੌਪਿਕਸ। ਪਿਛਲੇ ਵੀਡੀਓ ਦੇ ਵਿੱਚ ਅਸੀਂ ਸਿੱਖਿਆ ਸੀ ਕਿ ਅਸੀਂ ਟੌਪਿਕ ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ ਹਾਂ, ਮਟੀਰੀਅਲ ਕਿਸ ਤਰ੍ਹਾਂ ਸੈਂਡ ਕਰ ਸਕਦੇ ਹਾਂ, ਅਸਾਈਨਮੈਂਟਸ ਕਿਸ ਤਰ੍ਹਾਂ ਸੈਂਡ ਕਰਦੇ ਹਾਂ। ਸੋ ਅੱਜ ਅਸੀਂ ਸਿੱਖਾਂਗੇ ਕਿ ਕੁਇਜ਼ ਅਸਾਈਨਮੈਂਟ ਕਿਸ ਤਰ੍ਹਾਂ ਕ੍ਰੀਏਟ ਕਰਨੀ ਹੈ। ਸੋ ਅਸੀਂ ਜਦੋਂ ਹੀ ਕੁਇਜ਼ ਅਸਾਈਨਮੈਂਟਸ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਇੱਕ ਸਾਡੇ ਕੋਲ ਡਾਕੂਮੈਂਟ ਖੁੱਲ੍ਹ ਕੇ ਆਉਂਦਾ ਹੈ ਜਿਸ ਦੇ ਦੇਖੋ ਉੱਪਰ ਟੌਪ ਦੇ ਉੱਤੇ ਲਿਖਿਆ ਹੋਇਆ ਹੈ ਅਸਾਈਨਮੈਂਟ ਔਰ ਇਸ ਦੇ ਉੱਪਰ ਹੈ ਟਾਈਟਲ। ਟਾਈਟਲ ਦਾ ਮਤਲਬ ਹੈ ਕਿ ਕਿਸ ਵਿਸ਼ੇ ਦੇ ਉੱਤੇ ਅਸੀਂ ਜਿਹੜੀ ਹੈ ਉਹ ਜਿਹੜੀ ਹੈ ਕੁਇਜ਼ ਅਸੀਂ ਜੋ ਹੈ ਕ੍ਰੀਏਟ ਕਰਨੀ ਹੈ। ਲੈਟ ਅਸ ਸੇ ਮੈਂ ਲਿਖਦਾ ਹਾਂ ਕਿ ਸਰਪ੍ਰਾਈਜ਼ ਟੈਸਟ 1 ਫॉर ਲੈਟ ਅਸ ਸੇ ਮੈਂ ਸਬਜੈਕਟ ਲਿਖਦਾ ਹਾਂ ਕਿ ਮਾਰਕੀਟਿੰਗ ਰਿਸਰਚ। ਸੋ ਮੰਨ ਲਓ ਕਿ ਮੈਂ ਮਾਰਕੀਟਿੰਗ ਰਿਸਰਚ ਦਾ ਪੇਪਰ ਪੜ੍ਹਾ ਰਿਹਾ ਹਾਂ ਔਰ ਮਾਰਕੀਟਿੰਗ ਰਿਸਰਚ ਦਾ ਮੈਨੂੰ ਕਲਾਸ ਲੈਂਦੇ ਹੋਏ ਲਗਭਗ ਮੈਂ 8 ਤੋਂ 10 ਲੈਕਚਰ ਲੈ ਚੁੱਕਿਆ ਹਾਂ। ਹੁਣ ਬੱਚਿਆਂ ਲਈ ਮੈਂ ਕੋਈ ਕੁਇਜ਼ ਕ੍ਰੀਏਟ ਕਰਨੀ ਹੈ ਤਾਂ ਕਿ ਮੈਨੂੰ ਪਤਾ ਚੱਲ ਜਾਏ ਕਿ ਬੱਚੇ ਦੀ ਕਿੰਨੀ ਲਰਨਿੰਗ ਹੋਈ ਹੈ। ਸੋ ਮੈਂ ਟਾਈਟਲ ਕ੍ਰੀਏਟ ਕੀਤਾ ਸਰਪ੍ਰਾਈਜ਼ ਟੈਸਟ ਫॉर ਮਾਰਕੀਟਿੰਗ ਰਿਸਰਚ। ਇੱਥੇ ਮੈਂ ਇੰਸਟਰਕਸ਼ਨਸ ਦੇ ਸਕਦਾ ਹਾਂ, ਇੰਸਟਰਕਸ਼ਨਸ ਦੇ ਸਕਦਾ ਹਾਂ ਕਿ ਲਾਈਕ ਯੂ ਹੈਵ ਟੂ ਅਟੈਂਪਟ all the questions, ठीक है, या you have to attempt all the questions। ਇਸ ਤਰ੍ਹਾਂ ਦੀਆਂ ਇੰਸਟਰਕਸ਼ਨਸ ਦੇ ਸਕਦਾ ਹਾਂ। ਸੋ ਕਿਸੇ ਵੀ ਤਰ੍ਹਾਂ ਦੀਆਂ ਇੰਸਟਰਕਸ਼ਨਸ ਦੇ ਸਕਦਾ ਹਾਂ। 20 ਮਿੰਟਸ ਦੇ ਵਿੱਚ ਕਰਨੀ ਹੈ, 30 ਮਿੰਟਸ ਦੇ ਵਿੱਚ ਕਰਨੀ ਹੈ। ਦਿਸ ਇਜ਼ ਯੂਰ ਸਰਪ੍ਰਾਈਜ਼ ਟੈਸਟ which will be used for internal assessment। ਸੋ ਕਿਸੇ ਵੀ ਤਰ੍ਹਾਂ ਦੀਆਂ ਬੱਚਿਆਂ ਨੂੰ ਜੋ ਮੈਂ ਕਮਿਊਨੀਕੇਸ਼ਨ ਦੇਣਾ ਚਾਹੁੰਦਾ ਹਾਂ, ਇੰਸਟਰਕਸ਼ਨਸ ਦੇਣਾ ਹਾਂ, ਉਹ ਦੇ ਸਕਦਾ ਹਾਂ। ਉਸ ਤੋਂ ਬਾਅਦ ਇਸ ਦੇ ਨੀਚੇ ਦੇਖੋ ਇੱਕ ਐਡ ਦਾ ਕਾਲਮ ਹੈ। ਐਡ ਦਾ ਕਾਲਮ ਕੀ ਹੈ ਕਿ ਲਾਈਕ ਸਪੋਜ਼ ਜੋ ਮੈਂ ਬੱਚਿਆਂ ਲਈ ਕੁਇਜ਼ ਕ੍ਰੀਏਟ ਕਰ ਰਿਹਾ ਹਾਂ ਉਹਦੇ ਲਈ ਮੈਂ ਉਹਨਾਂ ਨੂੰ ਕੋਈ ਮਟੀਰੀਅਲ ਸਪਲੀਮੈਂਟ ਦੇਣਾ ਚਾਹੁੰਦਾ ਹਾਂ। ਲਾਈਕ ਲੈਟ ਅਸ ਸੇ ਇਫ ਇਟ ਇਜ਼ ਔਨ ਏ ਕੇਸ ਸਟੱਡੀ, ਮੈਂ ਉਹਨਾਂ ਨੂੰ ਕੇਸ ਸਟੱਡੀ ਦੇਣਾ ਚਾਹੁੰਦਾ ਹਾਂ, ਜਾਂ ਕੋਈ ਮੈਂ ਵੀਡੀਓ ਲਿੰਕ ਦੇਣਾ ਚਾਹੁੰਦਾ ਹਾਂ, ਜਾਂ ਕੋਈ ਮੈਂ ਇਸ ਤਰ੍ਹਾਂ ਦੀ ਫਾਈਲ ਦੇਣਾ ਚਾਹੁੰਦਾ ਹਾਂ ਜੋ ਮੇਰੀ ਗੂਗਲ ਡਰਾਈਵ 'ਤੇ ਹੈ, ਜਾਂ ਕੋਈ ਲਿੰਕ ਦੇਣਾ ਚਾਹੁੰਦਾ ਹਾਂ ਵੈਬਸਾਈਟ ਦਾ ਜਾਂ YouTube ਦਾ, ਜਾਂ ਕੋਈ ਮੈਂ ਉਹਨਾਂ ਨੂੰ ਫਾਈਲ ਭੇਜਣਾ ਚਾਹੁੰਦਾ ਹਾਂ, ਜਾਂ YouTube ਦਾ ਕੋਈ ਲਿੰਕ ਹੈ। ਸੋ ਇਸ ਤਰ੍ਹਾਂ ਦਾ ਕੁਝ ਵੀ ਮਟੀਰੀਅਲ ਮੈਂ ਉਹਨਾਂ ਦੇ ਨਾਲ ਐਡ ਕਰ ਸਕਦਾ ਹਾਂ। ਸੋ ਜਦੋਂ ਹੀ ਮੈਂ ਕੁਇਜ਼ ਦੇ ਉੱਪਰ ਕ੍ਰੀਏਟ ਕੀਤਾ, ਤੁਸੀਂ ਦੇਖੋ ਇੱਕ ਨੀਚੇ ਬਲੈਂਕ ਫਾਰਮ ਕ੍ਰੀਏਟ ਹੋ ਗਿਆ ਹੈ। ਇਹਦਾ ਮਤਲਬ ਕੀ ਹੈ ਕਿ ਜੋ ਵੀ ਮੇਰੀ ਗੂਗਲ ਕਲਾਸਰੂਮ ਦੇ
ਥਰੂ ਕੁਇਜ਼ ਕ੍ਰੀਏਟ ਹੋਏਗੀ ਉਹਦੇ ਲਈ ਮੈਨੂੰ ਗੂਗਲ ਫਾਰਮਸ ਦੇ ਰਾਹੀਂ ਉਹ ਹੋਏਗੀ। ਸੋ ਮੈਂ ਬਲੈਂਕ ਕੁਇਜ਼ ਦੇਖੋ ਜੋ ਹੈ ਉਸ ਦੇ ਉੱਪਰ ਕਲਿੱਕ ਕਰ ਰਿਹਾ ਹਾਂ, ਡਬਲ ਕਲਿੱਕ ਕੀਤਾ ਤਾਂ ਇੱਕ ਬਲੈਂਕ ਕੁਇਜ਼ ਦਾ ਫਾਰਮੈਟ ਖੁੱਲ ਜਾਏਗਾ। ਉਹ ਫਾਰਮੈਟ ਕੀ ਹੈ ਬਲੈਂਕ ਕੁਇਜ਼ ਦਾ, ਮੈਨੂੰ ਡਾਇਰੈਕਟਲੀ ਗੂਗਲ ਫਾਰਮਸ ਦੇ ਉੱਪਰ ਲੈ ਕੇ ਜਾ ਰਿਹਾ ਹੈ, ਜਿੱਥੇ ਕਿ ਮੈਂ ਆਪਣਾ ਜੋ ਕੁਐਸਚਨ ਪੇਪਰ ਹੈ, ਜੋ ਕੁਇਜ਼ ਹੈ ਉਹ ਬਣਾ ਸਕਦਾ ਹਾਂ। ਸੋ ਹੁਣ ਅਸੀਂ ਇਸ ਗੂਗਲ ਕੁਇਜ਼ ਦੇ ਵਿੱਚ ਜੋ ਵੀ ਸਾਡੇ ਕੋਲ ਆਪਸ਼ਨਸ ਹਨ ਸਾਰਿਆਂ ਨੂੰ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਦੇਖੋ ਇੱਥੇ ਬਲੈਂਕ ਕੁਇਜ਼ ਲਿਖਿਆ ਹੋਇਆ ਹੈ। ਸੋ ਮੈਂ ਇਸ ਕੁਇਜ਼ ਦਾ ਕੀ ਨਾਮ ਹੈ, ਮੈਂ ਇਸ ਦਾ ਨਾਮ ਰੱਖਣਾ ਚਾਹੁੰਦਾ ਹਾਂ। ਲਾਈਕ ਲੈਟ ਅਸ ਸੇ ਮੈਂ ਇਹਦਾ ਨਾਮ ਰੱਖਿਆ ਸਰਪ੍ਰਾਈਜ਼ ਟੈਸਟ 1। ਸੋ ਇਹ ਮੇਰੀ ਕੁਇਜ਼ ਦਾ ਨਾਮ ਹੈ। ਸੋ ਉਸ ਤੋਂ ਬਾਅਦ ਜੇ ਇਸ ਦੇ ਉੱਪਰ ਰਾਈਟ ਸਾਈਡ ਦੇ ਉੱਪਰ ਦੇਖੋ, ਮੇਰੀ ਰਾਈਟ ਸਾਈਡ ਦੇ ਉੱਪਰ ਤਾਂ ਕੀ ਹੈ, ਜੋ ਹੈ ਥੀਮ ਹੈ, ਕਸਟਮਾਈਜ਼ ਥੀਮ ਕਿ ਜੋ ਮੇਰਾ ਫਾਰਮ ਹੈ ਉਸ ਦੀ ਮੈਂ ਥੀਮ ਕਿਵੇਂ ਰੱਖਣਾ ਚਾਹੁੰਦਾ ਹਾਂ। ਜਦੋਂ ਥੀਮ ਦੇ ਉੱਪਰ ਕਲਿੱਕ ਕਰਦਾ ਹਾਂ ਤਾਂ ਸਭ ਤੋਂ ਪਹਿਲਾਂ ਉਹ ਕੀ ਪੁੱਛਦਾ ਹੈ, ਹੈਡਰ। ਸੋ ਹੈਡਰ ਕੀ ਹੈ ਕਿ ਜੋ ਟੌਪ ਦੇ ਉੱਪਰ ਸਾਡੀ ਇਮੇਜ ਆਏਗੀ। ਸੋ ਚੂਜ਼ ਇਮੇਜ ਉਸ ਦੇ ਉੱਪਰ ਆਪਸ਼ਨ ਹੈ, ਮੈਂ ਚੂਜ਼ ਇਮੇਜ ਦੇ ਉੱਪਰ ਕਲਿੱਕ ਕੀਤਾ। ਸੋ ਲਾਈਕ ਕੁਛ ਮੈਨੂੰ ਇਹਦੇ ਵਿੱਚ ਇਨਬਿਲਟ ਫਾਰਮ ਦੇ ਵਿੱਚ ਪਿਕਸ ਹਨ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਆਪਣੀ ਕੁਇਜ਼ ਦੇ ਲਈ। ਜੇ ਮੈਂ ਆਪਣੀ ਕੋਈ ਪਿਕਚਰ ਅਪਲੋਡ ਕਰਨਾ ਚਾਹੁੰਦਾ ਹਾਂ ਥੀਮ ਦੇ ਵਿੱਚ, ਉਹ ਵੀ ਅਪਲੋਡ ਕਰ ਸਕਦਾ ਹਾਂ। ਕੋਈ ਫੋਟੋਗ੍ਰਾਫਸ ਹਨ, ਲਾਈਕ ਉਹ ਥੀਮ ਹੋ ਸਕਦੀਆਂ ਹਨ, ਸਾਨੂੰ ਇੱਥੋਂ ਮਿਲ ਸਕਦੀਆਂ ਹਨ ਕਿ ਵਰਕ ਜਾਂ ਸਕੂਲ ਰਿਲੇਟਿਡ ਹੈ, ਇਲਸਟ੍ਰੇਸ਼ਨਸ ਹਨ, ਬਰਥਡੇ ਰਿਲੇਟਿਡ ਹੈ, ਫੂਡ ਐਂਡ ਡਾਈਨਿੰਗ ਹੈ, ਪਾਰਟੀ ਲਈ ਹੈ, ਜਸਟ ਕਿਡਸ ਹੈ। ਸੋ ਲੈਟ ਅਸ ਸੇ ਮੈਂ ਵਰਕ ਐਂਡ ਸਕੂਲ ਦੇ ਵਿੱਚ ਜਾ ਕੇ, ਕਿਉਂਕਿ ਵਰਕ ਐਂਡ ਸਕੂਲ ਦੇ ਵਿੱਚ ਮੇਰੇ ਕੋਲ ਇਹ ਪਿਕਚਰਸ ਅਵੇਲੇਬਲ ਹਨ, ਲੈਟ ਅਸ ਸੇ ਮੈਂ ਕੋਈ ਕੁਇਜ਼ ਕ੍ਰੀਏਟ ਕਰ ਰਿਹਾ ਹਾਂ, ਮੈਂ ਇਹਨਾਂ ਦੇ ਵਿੱਚੋਂ ਕੋਈ ਪਿਕਚਰ ਸਿਲੈਕਟ ਕੀਤੀ, ਲਾਈਕ ਲੈਟ ਅਸ ਸੇ ਕਿ ਮੈਂ ਇਹ ਵਾਲੀ ਥੀਮ ਸਿਲੈਕਟ ਕੀਤੀ ਹੈ ਔਰ ਇਹਨੂੰ ਇਨਸਰਟ ਕਰ ਦਿੰਦਾ ਹਾਂ। ਸੋ ਤੁਸੀਂ ਦੇਖੋ ਮੇਰੀ ਬਲੈਂਕ ਕੁਇਜ਼ ਦੇ ਉੱਪਰ ਇੱਕ ਪਿਕਚਰ ਕ੍ਰੀਏਟ ਹੋ ਗਈ ਹੈ ਜਿਹੜੀ ਕਿ ਉਸ ਫਾਰਮ ਦੇ ਨਾਲ ਐਜ਼ ਏ ਥੀਮ ਜਾਏਗੀ। ਠੀਕ ਹੈ, ਉਸ ਤੋਂ ਬਾਅਦ ਇਸ ਦੇ ਨੀਚੇ ਇੱਕ ਆਪਸ਼ਨ ਹੈ ਥੀਮ ਕਲਰਸ। ਥੀਮ ਕਲਰਸ ਕੀ ਹਨ ਕਿ ਸਾਨੂੰ ਆਪਸ਼ਨਸ ਦਿੰਦੇ ਹਨ ਕਿ ਜੋ ਸਾਡਾ ਗੂਗਲ ਫਾਰਮ ਜੋ ਅਸੀਂ ਬਣਾ ਰਹੇ ਹਾਂ ਕੁਇਜ਼, ਉਸ ਦਾ ਕਲਰ ਕਿਸ ਤਰ੍ਹਾਂ ਦਾ ਹੋ ਸਕਦਾ ਹੈ। ਹੁਣ ਦੇਖੋ ਇੱਥੇ ਰੈੱਡ ਕਲਿੱਕ ਹੈ ਆਲਮੋਸਟ, ਤਾਂ ਰੈੱਡ ਜੈਸਾ ਸ਼ੇਡ ਆ ਰਿਹਾ। ਜੇ ਮੈਂ ਇੱਥੇ ਯੈਲੋ ਕਲਿੱਕ ਕਰ ਦਿਆਂਗਾ ਤਾਂ ਇਹ ਚੇਂਜ ਹੋ ਰਿਹਾ ਹੈ। ਸੋ ਲਾਈਕ ਆਈ ਕੈਨ ਪਿਕ ਅਪ ਐਨੀ ਥੀਮ ਕਲਰ ਫॉर द, ਸੋ ਲੈਟ ਅਸ ਸੇ ਆਈ ਹੈਵ ਪਿਕਡ ਅਪ ਦਿਸ ਕਲਰ। ਸੋ ਇਹ ਕਲਰ ਮੈਂ ਆਪਸ਼ਨ ਕਰਕੇ, ਸੋ ਹੁਣ ਕੀ ਹੋਇਆ ਕਿ ਮੈਂ ਆਪਣੀਆਂ ਥੀਮਸ ਸੈੱਟ ਕਰ ਲਈਆਂ। ਮੈਂ ਆਈ ਐਮ ਕਲੋਜ਼ਿੰਗ ਦੀਜ਼ ਥੀਮਸ। ਇਹਦੇ ਅੱਗੇ ਤੁਸੀਂ ਉਸ ਤੋਂ ਬਾਅਦ ਫੌਂਟ ਸਟਾਈਲ ਹੈ ਕਿ ਜੋ ਵੀ ਮੈਂ ਕੁਇਜ਼ ਬਣਾਉਣੀ ਹੈ ਇਸ ਦਾ ਕਿਹੜਾ ਫੌਂਟ ਰੱਖਣਾ ਹੈ। ਸੋ ਨਾਰਮਲੀ ਲਾਈਕ ਅਸੀਂ ਬੇਸਿਕ ਦੇ ਵਿੱਚ ਹੀ ਕੰਮ ਕਰਦੇ ਹਾਂ ਜੋ ਕਿ ਨਾਰਮਲ ਫੌਂਟ ਹੈ। ਸੋ ਮੈਂ ਇਸ ਨੂੰ ਸਾਰੀਆਂ, ਇਸ ਦਾ ਮਤਲਬ ਕੀ ਹੈ ਕਿ ਮੈਂ 3 ਸੈਟਿੰਗਸ ਜਿਹੜੀਆਂ ਹਨ ਇਹਦੇ ਵਿੱਚੋਂ ਕਰ ਸਕਦਾ ਹਾਂ। ਇੱਕ ਤਾਂ ਹੈਡਰ ਕਿ ਕਿਸ ਤਰ੍ਹਾਂ ਦੀ ਮੈਂ ਉੱਪਰ ਥੀਮ ਦੀ ਪਿਕਚਰ ਦੇਣੀ ਹੈ, ਦੂਸਰੀ ਮੇਰਾ ਕਲਰ ਸਕੀਮ ਕੀ ਹੋਏਗੀ ਗੂਗਲ ਫਾਰਮ ਦੀ, ਔਰ ਤੀਸਰਾ ਕਿ मैं जो है लाइक फॉन्ट स्टाइल की रखना है। सो वंस आई हैव सेट ऑल दीज 3 मैं इसनू क्लोज कर देना है। उस तो बाद दूसरा जो है देखो एक आई बनी हुई है। आई की है, आई सानू प्रीव्यू दिंदी है कि जो मेरा फॉर्म है वो किस तरह का दिखेगा। सो जिन्ना भी मैं हुण तक फॉर्म बनाया है, जे मैं इसका प्रीव्यू लेना चाहवां तो इस पर क्लिक करांगा। देखो जो ये फॉर्म स्टूडेंट्स को जाएगा या मैं देखांगा इस तरह की कुछ उसकी दिख होएगी। सो इस तो सानू आइडिया लग सकता है। प्रीव्यू तो असी मतलब क्वेश्चन पेपर बनाने तो बाद, क्विज बनाने तो बाद असी रिलीज़ करन तो पहला असी प्रीव्यू ले सकते हाँ कि जो मैं क्विज बना रहा हाँ वो किस तरह की उसकी विजिबिलिटी स्टूडेंट्स नू होएगी। राइट, उस तो बाद जिहड़ा नैक्सट आइकन है वो सैटिंग्स का है। सो असी सैटिंग्स के आइकन नू भी हुण समझण की कोशिश करांगे। जो सैटिंग्स के आइकन के उत्ते क्लिक करांगे, इट इज़ वेरी इंपॉर्टेंट टू अंडरस्टैंड। देखो सैटिंग्स दे विच क्लिक करते ही मेरे को 3 जिहड़े सैक्शनस हैं वो आए हैं, जनरल, प्रेजेंटेशन ते क्विज़िस। सो सब तो पहला असी जनरल सैक्शन नू समझण की कोशिश करते हाँ। जनरल सैक्शन दे विच की है, देखो सब तो पहली ऑप्शन की है कलैक्ट ईमेल एड्रैसेस। क्योंकि जदों भी साडे कोल स्टूडेंट्स दे कोलों डाटा आ रहा है स्टूडेंट्स कोलों, सो सानू उन्हां दी ईमेल आईडी पता होनी चाहिए है ताकि असी आइडेंटिफाई कर सकीए कि जो रिस्पॉन्स आया हो किस बच्चे का आया है, किहड़ी ईमेल आईडी तो आया है। सो असी इसनू टिक करांगे, साडे कोल रिस्पॉन्सिस आएंगे। फिर रिस्पॉन्स रसीट कि जदों असी बच्चों नू जदों वो पेपर का फॉर्म अटैम्प्ट करता या फॉर्म भरता, दे नीड टू बी नोटिफाइड, उन्होंने पता चलना चाहिए है कि मेरा रिस्पॉन्स जोड़ा है वो रजिस्टर हो गया है। सो जे इसके उपर मैं क्लिक करांगा, सो बच्चे ने जो ईमेल आईडी दी है उसनू
ਕੀ ਹੈ ਉਹ ਰਿਸਪੌਂਸ ਦੀ ਰਿਸੀਟ ਪਹੁੰਚ ਜਾਏਗੀ ਕਿ ਯੈਸ ਯੂ ਹੈਵ ਸਬਮਿਟਡ ਯੂਅਰ ਆਨਸਰ ਸ਼ੀਟ, ਯੂ ਹੈਵ ਸਬਮਿਟਡ ਯੂਅਰ ਕੁਇਜ਼, ਰਾਈਟ। ਉਸ ਤੋਂ ਬਾਅਦ ਕੀ ਹੈ, ਉਸ ਦੇ ਨੀਚੇ ਦੋ ਰੇਡੀਓ ਬਟਨ ਹਾਈਲਾਈਟ ਹੁੰਦੇ ਹਨ ਕਲਿੱਕ ਕਰਦੇ। ਪਹਿਲਾ ਕੀ ਹੈ, ਇਫ ਰਿਸਪੋਂਡੈਂਟ ਰਿਕੁਐਸਟਸ, ਕਿ ਅਸੀਂ ਤੁਹਾਡੇ ਆਪਣੇ ਸਟੂਡੈਂਟ ਨੂੰ ਇਹ ਆਪਸ਼ਨ ਦੇ ਸਕਦੇ ਹਾਂ ਕਿ ਉਹ ਰਿਸਪੌਂਸ ਰਿਸੀਟ ਚਾਹੁੰਦਾ ਹੈ ਜਾਂ ਨਹੀਂ ਚਾਹੁੰਦਾ, ਲੇਕਿਨ ਟੂ ਬੀ ਔਨ ਸੇਫ ਸਾਈਡ ਮੈਂ ਕਹਿ ਦਿੰਦਾ ਹਾਂ ਆਲਵੇਜ਼ ਤੇ ਕਲਿੱਕ ਕਰ ਦਾਂਗਾ ਕਿ ਜਦੋਂ ਹੀ ਉਹ ਰਿਸਪੌਂਸ ਸਬਮਿਟ ਕਰੇਗਾ ਉਸ ਦੀ ਕਾਪੀ ਉਸਨੂੰ ਈਮੇਲ ਤੇ ਚਲੀ ਜਾਏਗੀ ਕਨਫਰਮੇਸ਼ਨ ਕਿ ਤੁਹਾਡਾ ਜਿਹੜਾ ਹੈ ਰਿਸਪੌਂਸ ਸਾਨੂੰ ਮਿਲ ਗਿਆ ਹੈ। ਉਸ ਤੋਂ ਬਾਅਦ ਨੈਕਸਟ ਦੇਖੋ, ਉਸ ਦੇ ਵਿੱਚ ਹੈ ਰਿਕੁਆਇਰਸ ਸਾਈਨ ਇਨ ਲਿਮਿਟ ਟੂ 1 ਰਿਸਪੌਂਸ। ਇਹਦਾ ਕੀ ਮਤਲਬ ਹੈ ਕਿ ਜਦੋਂ ਵੀ ਕੋਈ ਰਿਸਪੋਂਡੈਂਟ, ਜਦੋਂ ਵੀ ਮੇਰਾ ਸਟੂਡੈਂਟ ਕਲਾਸ ਦੇ ਵਿੱਚ ਕੁਇਜ਼ ਸਬਮਿਟ ਕਰ ਰਿਹਾ ਹੈ ਤਾਂ ਇੱਕ ਬੱਚਾ ਆਪਣੀ ਈਮੇਲ ਤੋਂ ਇੱਕ ਹੀ ਰਿਸਪੌਂਸ ਭੇਜ ਸਕਦਾ ਹੈ। ਮੇਰੇ ਖਿਆਲ 'ਚ ਇਸ ਨੂੰ ਕਲਿੱਕ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਇਹ ਹੋ ਸਕਦਾ ਹੈ ਕਿ ਜੇ ਇੱਕ ਤੋਂ ਵੱਧ ਰਿਸਪੌਂਸ ਭੇਜ ਸਕਦਾ ਹੈ ਤਾਂ ਬੱਚਾ ਕਿਸੇ ਦੂਸਰੇ ਸਟੂਡੈਂਟ ਲਈ ਵੀ ਉਹ ਆਨਸਰਸ ਅਟੈਂਪਟ ਕਰ ਸਕਦਾ ਹੈ। ਸੋ ਇਟ ਇਜ਼ ਆਲਵੇਜ਼ ਐਡਵਾਈਜ਼ੇਬਲ ਕਿ ਇੱਕ ਈਮੇਲ ਆਈਡੀ ਤੋਂ ਅਸੀਂ ਇੱਕੋ ਹੀ ਰਿਸਪੌਂਸ ਲਿਮਿਟ ਕਰੀਏ, ਤਾਂ ਕਿ ਜੇ ਅਸੀਂ ਉਸੇ ਈਮੇਲ ਆਈਡੀ ਤੋਂ ਅਸੀਂ ਦੁਬਾਰਾ ਉਸ ਸਵਾਲ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨੂੰ ਮੈਸੇਜ ਜਾਏਗਾ ਕਿ ਇਸ ਈਮੇਲ ਆਈਡੀ ਤੋਂ ਅਸੀਂ ਪਹਿਲਾਂ ਆਲਰੇਡੀ ਇੱਕ ਰਿਸਪੌਂਸ ਲੈ ਚੁੱਕੇ ਹਾਂ। ਸੋ ਇਸ ਤੋਂ ਬਾਅਦ ਤੀਸਰੀ ਆਪਸ਼ਨ ਹੈ ਰਿਸਪੋਂਡੈਂਟ ਕੈਨ, ਕਿ ਜਿਹੜੇ ਸਾਡੇ ਸਟੂਡੈਂਟਸ ਹਨ ਕੀ ਜਵਾਬ ਦੇਣ ਤੋਂ ਸਬਮਿਟ ਕਰਨ ਤੋਂ ਬਾਅਦ ਐਡਿਟ ਕਰ ਸਕਦੇ ਹਨ ਜਾਂ ਸਮਰੀ ਦੇਖ ਸਕਦੇ ਹਨ ਟੈਕਸਟ ਰਿਸਪੌਂਸਿਸ। ਸੋ ਅਸੀਂ ਮੋਸਟਲੀ ਕੀ ਹੈ ਇਸ ਨੂੰ ਅਨਟਿਕ ਰੱਖ ਸਕਦੇ ਹਾਂ ਤਾਂ ਕਿ ਬਾਅਦ ਦੇ ਵਿੱਚ ਉਹ ਆਨਸਰਸ ਐਡਿਟ ਨਾ ਹੋਣ। ਇਸ ਤੋਂ ਇਹ ਜਨਰਲ ਸੈਟਿੰਗਸ ਹੋ ਗਈਆਂ। ਉਸ ਤੋਂ ਬਾਅਦ ਦੂਸਰੀਆਂ ਹੁੰਦੀਆਂ ਪ੍ਰੈਜੈਂਟੇਸ਼ਨ ਸੈਟਿੰਗਸ। ਪ੍ਰੈਜੈਂਟੇਸ਼ਨ ਸੈਟਿੰਗਸ ਕੀ ਹੁੰਦੀ ਹੈ, ਸ਼ੋ ਪ੍ਰੋਗਰੈਸ ਬਾਰ। ਸ਼ੋ ਪ੍ਰੋਗਰੈਸ ਬਾਰ ਦਾ ਕੀ ਮਤਲਬ ਹੈ ਕਿ ਮੰਨ ਲਓ ਅਸੀਂ ਬਹੁਤ ਲੰਬਾ ਕੁਐਸਚਨ ਪੇਪਰ ਸੈੱਟ ਕੀਤਾ ਹੈ, ਕੋਈ 100 70 80 ਕੁਐਸਚਨਸ ਹਨ ਜਿਹਦੇ ਵਿੱਚ, ਸੋ ਬੱਚੇ ਨੂੰ ਪਤਾ ਲੱਗਦਾ ਰਹੇ ਕਿ ਮੈਂ ਕਿੰਨੇ ਕੁਐਸਚਨਸ ਕਰ ਚੁੱਕਿਆ ਹਾਂ, ਕਿੰਨੇ ਰਹਿ ਗਏ ਹਨ। ਸੋ ਉਹਦੇ ਲਈ ਅਸੀਂ ਪ੍ਰੋਗਰੈਸ ਬਾਰ ਨੂੰ ਯੂਜ਼ ਕਰਦੇ ਹਾਂ। ਨੋਰਮਲੀ ਲੈਂਥੀ ਕੁਇਜ਼ਿਸ ਦੇ ਵਿੱਚ, ਲੈਂਥੀ ਕੁਐਸਚਨਸ ਦੇ ਵਿੱਚ, ਲੈਂਥੀ ਕੁਇਜ਼ਿਸ ਦੇ ਵਿੱਚ ਜਿਹਦੇ ਵਿੱਚ ਕਿ ਨੰਬਰ ਆਫ ਕੁਐਸਚਨਸ ਜ਼ਿਆਦਾ ਹੁੰਦੇ ਹਨ, ਅਸੀਂ ਸ਼ੋ ਪ੍ਰੋਗਰੈਸ ਬਾਰ ਨੂੰ ਟਿਕ ਕਰ ਸਕਦੇ ਹਾਂ। ਅਗਲਾ ਜਿਹੜਾ ਟੂਲ ਹੈ ਸ਼ਫਲ ਕੁਐਸਚਨ ਆਰਡਰ। ਆਈ ਥਿੰਕ ਦਿਸ ਇਜ਼ ਵੈਰੀ ਇੰਪੋਰਟੈਂਟ ਟੂਲ। ਅਸੀਂ ਇਹਨੂੰ ਕਲਿੱਕ ਕਰ ਸਕਦੇ ਹਾਂ। ਇਹਦੇ ਨਾਲ ਕੀ ਹੈ ਕਿ ਲਾਈਕ ਜਿਵੇਂ ਮੈਂ ਐਗਜ਼ਾਮਪਲ ਦਿੰਦਾ ਹਾਂ ਕਿ ਮੰਨ ਲਓ ਬੱਚਿਆਂ ਦਾ ਮੈਂ ਇੱਕ ਕੁਐਸਚਨ ਪੇਪਰ ਸੈੱਟ ਕੀਤਾ ਔਰ ਉਸ ਕੁਐਸਚਨ ਦੇ ਵਿੱਚ 50 ਕੁਐਸਚਨ ਹਨ ਔਰ ਮੇਰੀ ਕਲਾਸ ਦੇ ਵਿੱਚ 40 ਬੱਚੇ ਹਨ ਜਾਂ 50 ਬੱਚੇ ਹਨ ਜਾਂ 70 ਬੱਚੇ ਹਨ। ਸੋ ਜਦੋਂ ਉਹਨਾਂ ਨੂੰ ਉਹ ਕੁਐਸਚਨ ਪੇਪਰ ਜਾਏਗਾ, ਉਹ ਕੁਇਜ਼ ਜਾਏਗੀ, ਉਹ ਸਾਰਿਆਂ ਲਈ ਕੁਐਸਚਨ ਦਾ ਜਿਹੜਾ ਆਰਡਰ ਹੈ ਉਹ ਸੇਮ ਨਹੀਂ ਹੋਏਗਾ। ਲਾਈਕ ਹੋ ਸਕਦਾ ਹੈ ਕਿ ਜਿਸ ਬੱਚੇ ਦਾ 1 ਰੋਲ ਨੰਬਰ ਹੈ ਉਹਦੇ ਲਈ ਜੋ ਪਹਿਲਾ ਕੁਐਸਚਨ ਹੈ ਉਹ 2 ਰੋਲ ਨੰਬਰ ਲਈ 5ਵਾਂ ਹੋਵੇ, 3 ਰੋਲ ਨੰਬਰ ਲਈ 4ਥਾ ਹੋਵੇ, 7 ਰੋਲ ਨੰਬਰ ਲਈ 10ਵਾਂ ਹੋਵੇ। ਇਸ ਤਰ੍ਹਾਂ ਕਰਕੇ ਕੀ ਹੈ ਕਿ ਉਹ ਜਿਹੜੇ ਕੁਐਸਚਨਸ ਹੈ ਉਹ ਉੱਪਰ ਨੀਚੇ ਹੋ ਜਾਣਗੇ। ਸੋ ਆਈ ਥਿੰਕ ਦਿਸ ਇਜ਼ ਅ ਵੈਰੀ ਪਾਵਰਫੁਲ ਟੂਲ ਜਿਹਦੇ ਵਿੱਚ ਅਸੀਂ ਕੀ ਜਿਹੜੀਆਂ ਮੈਲ ਪ੍ਰੈਕਟਿਸਿਸ ਜਾਂ ਅਸੀਂ ਚੀਟਿੰਗ ਨੂੰ ਰੋਕ ਸਕਦੇ ਹਾਂ ਤਾਂ ਕਿ ਬੱਚਿਆਂ ਦਾ ਜਿਹੜਾ ਕੁਐਸਚਨਸ ਦਾ ਆਰਡਰ ਹੈ ਉਹ ਆਪਣੇ ਆਪ ਚੇਂਜ ਹੋ ਜਾਏਗਾ। ਜਿਸ ਤਰ੍ਹਾਂ ਕਿ ਅਸੀਂ ਨਾਰਮਲੀ ਲਾਈਕ ਜਦੋਂ ਫਿਜ਼ੀਕਲ ਪੇਪਰ ਲੈਂਦੇ ਹਾਂ ਉਹਦੇ ਵਿੱਚ 4 ਸੈੱਟ ਬਣਾਉਂਦੇ ਹਾਂ, A ਸੈੱਟ, B ਸੈੱਟ, C ਸੈੱਟ, D ਸੈੱਟ, ਔਰ ਚਾਰੇ ਸੈੱਟਸ ਦੇ ਵਿੱਚ ਕੁਐਸਚਨ ਸੇਮ ਹੁੰਦੇ ਹਨ ਲੇਕਿਨ ਆਰਡਰਸ ਅਲੱਗ-ਅਲੱਗ ਹੁੰਦੇ ਹਨ। ਸੋ ਇਹਦੇ ਵਿੱਚ ਕੀ ਹੈ ਕਿ ਅਸੀਂ ਅਗਰ ਸ਼ਫਲ ਕੁਐਸਚਨ ਆਰਡਰ ਲਿਖ ਦਿਆਂਗੇ ਤਾਂ ਉਸਨੇ ਆਪਣੇ ਆਪ ਅਲੱਗ-ਅਲੱਗ ਸੈੱਟ ਕਿਹੜੇ ਬੱਚੇ ਨੂੰ ਭੇਜਣਾ ਹੈ ਉਸਨੂੰ ਆਪਣੇ ਆਪ ਮੋਨੀਟਰ ਕਰਦਾ ਹੈ। ਸੋ ਸ਼ੋ ਲਿੰਕ ਟੂ ਸਬਮਿਟ ਅਨਦਰ ਰਿਸਪੌਂਸ। ਸੋ ਇਸ ਦੇ ਲਈ ਇਸ ਦੀ ਜ਼ਰੂਰਤ ਨਹੀਂ ਹੈ। ਇਹਦੇ ਵਿੱਚ ਅਸੀਂ ਇਸ ਨੂੰ ਜ਼ਿਆਦਾਤਰ ਯੂਜ਼ ਕਰਦੇ ਹਾਂ। ਕਨਫਰਮੇਸ਼ਨ ਮੈਸੇਜ ਇੱਥੇ ਆਪਾਂ ਦੇ ਸਕਦੇ ਹਾਂ ਕਿ ਕੰਗ੍ਰੈਚੁਲੇਸ਼ਨਸ, right, congratulations, you have successfully submitted your quiz। ਸੋ ਬੱਚੇ ਨੂੰ ਇਸ ਤਰ੍ਹਾਂ ਦਾ ਮੈਸੇਜ ਜਾ ਸਕਦਾ ਹੈ ਕਿ ਤੁਸੀਂ ਸਕਸੈਸਫੁਲੀ ਆਪਣੀ, ਤਾਂ ਕਿ ਉਸਨੂੰ ਤਸੱਲੀ ਹੋ ਜਾਏ ਕਿ ਮੈਂ ਇਹ ਮੈਸੇਜ ਭੇਜ ਚੁੱਕਿਆ ਹਾਂ, ਲਾਈਕ ਵੀ ਮੇਰਾ ਮੈਸੇਜ ਜਮ੍ਹਾਂ ਹੋ ਗਿਆ। ਸੋ ਇਹ ਹੋ ਗਿਆ ਜਨਰਲ ਪ੍ਰੈਜੈਂਟੇਸ਼ਨ। ਤੀਸਰਾ ਹੈ ਕੁਇਜ਼ਿਸ। ਕੁਇਜ਼ਿਸ ਦੇ ਵਿੱਚ ਕੀ ਹੁੰਦਾ ਹੈ ਕਿ ਲਾਈਕ ਦੋ ਤਰ੍ਹਾਂ ਦੇ, ਸਭ ਤੋਂ ਪਹਿਲਾਂ ਹੈ ਰਿਲੇਟਿਡ ਗ੍ਰੇਡਸ। ਗ੍ਰੇਡਸ ਦੇ ਵਿੱਚ ਕੀ ਹੈ, ਇਮੀਡੀਏਟਲੀ ਆਫਟਰ ਈਚ ਸਬਮਿਸ਼ਨ, ਕਿ ਬੱਚੇ ਨੇ ਮੰਨ ਲਓ ਕੁਇਜ਼ ਤੁਸੀਂ 20 ਕੁਐਸਚਨਸ ਪਾਏ ਸੀ ਔਰ ਬੱਚੇ ਨੂੰ ਇਮੀਡੀਏਟਲੀ ਉਸ ਦਾ ਸਕੋਰ ਜਾਂ ਰਿਜ਼ਲਟ ਪਤਾ ਲੱਗ ਜਾਏ। ਲੇਕਿਨ ਇਹ ਸਿਰਫ ਅਸੀਂ ਕਿੱਥੇ ਟਿਕ ਕਰ ਸਕਦੇ ਹਾਂ, ਜਦੋਂ ਕਿ ਅਸੀਂ ਸਿਰਫ
ਬੱਚਿਆਂ ਨੂੰ ਮਲਟੀਪਲ ਚੁਆਇਸ ਆਬਜੈਕਟਿਵ ਟਾਈਪ ਕੁਐਸਚਨਸ ਪੁੱਛੇ ਹੋਣ ਤਾਂ ਕਿ ਅਸੀਂ ਆਨਸਰਸ ਜਿਹੜੇ ਹੈ ਫੀਡ ਕੀਤੇ ਹੈ ਔਰ ਉਸ ਦੇ ਨਾਲ ਚੈੱਕ ਹੋ ਕੇ ਨਾਲ ਦੀ ਨਾਲ ਉਸ ਨੂੰ ਆਨਸਰ ਪਤਾ ਲੱਗ ਸਕਦਾ ਹੈ। ਲੇਕਿਨ ਜੇ ਆਪਣੀ ਕੁਇਜ਼ ਦੇ ਵਿੱਚ ਅਸੀਂ ਕੁਝ ਇਸ ਤਰ੍ਹਾਂ ਦੇ ਕੁਐਸਚਨਸ ਬਿਲਡ ਕੀਤੇ ਹਨ ਜੋ ਕਿ ਸ਼ਾਰਟ ਆਨਸਰ ਟਾਈਪ ਹਨ, ਸੋ ਅਸੀਂ ਹਮੇਸ਼ਾ ਉਸ ਨੂੰ ਇਵੈਲੂਏਟ ਕਰਨ ਤੋਂ ਬਾਅਦ ਅਸੀਂ ਗ੍ਰੇਡਸ ਨੂੰ ਰਿਲੀਜ਼ ਕਰ ਸਕਦੇ ਹਾਂ। ਸੋ ਅਸੀਂ ਕੀ ਕਰਨਾ ਹੈ ਕਿ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਸਾਰੇ ਆਨਸਰਸ ਅਸੀਂ ਨਾਲ ਦੀ ਨਾਲ ਫੀਡ ਕੀਤੇ ਹਨ, ਸਾਡੇ ਕੁਐਸਚਨਸ ਆਬਜੈਕਟਿਵ ਟਾਈਪ ਹਨ, ਤਾਂ ਅਸੀਂ ਇਮੀਡੀਏਟਲੀ ਵੀ ਗ੍ਰੇਡਸ ਰਿਲੀਜ਼ ਕਰ ਸਕਦੇ ਹਾਂ। ਪਰ ਜੇ ਅਸੀਂ ਕੁਝ ਲਾਈਕ ਸਬਜੈਕਟਿਵ ਕੁਐਸਚਨ, ਸ਼ਾਰਟ ਆਨਸਰ ਟਾਈਪ ਕੁਐਸਚਨਸ ਇਸ ਤਰ੍ਹਾਂ ਦੇ ਦਿੱਤੇ ਹੋਏ ਹਨ ਜਿਨ੍ਹਾਂ ਨੂੰ ਕਿ ਸਾਨੂੰ ਰਿਵਿਊ ਕਰਕੇ ਚੈੱਕ ਕਰਕੇ ਗ੍ਰੇਡ ਕਰਨਾ ਪਏਗਾ, ਜਾਂ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਮਾਰਕਸ ਅਸੀਂ ਬਾਅਦ ਦੇ ਵਿੱਚ ਦੇਣੇ ਹਨ, ਤਾਂ ਲੇਟਰ ਆਫਟਰ ਦਾ ਮੈਨੂਅਲ ਰਿਵਿਊ ਅਸੀਂ ਕਰ ਸਕਦੇ ਹਾਂ। ਸੋ ਰਿਸਪੋਂਡੈਂਟਸ ਕਿਹੜੇ ਹਨ, ਕੀ ਕਰ ਸਕਦੇ ਹਨ, ਮਿਸਡ ਕੁਐਸਚਨਸ ਕਿ ਬੱਚੇ ਦਾ ਕੋਈ ਮਿਸ ਕੁਐਸਚਨ ਰਹਿ ਗਿਆ ਹੈ, ਕਰੈਕਟ ਆਨਸਰਸ ਕਿ ਮੰਨ ਲਓ ਮੈਨੂੰ ਕੋਈ ਕੁਐਸਚਨ ਆਇਆ ਉਹਦੇ ਵਿੱਚ ABCD 3 ਆਪਸ਼ਨਸ ਹਨ, 4 ਆਪਸ਼ਨਸ ਹਨ ABCD, ਸੋ ਮੈਂ ਟਿਕ ਕੀਤਾ B ਲੇਕਿਨ B ਇੱਕ ਰੋਂਗ ਆਪਸ਼ਨ ਸੀ। ਸੋ ਬੱਚੇ ਨੂੰ ਇਹ ਪਤਾ ਲੱਗੇ ਕਿ ਉਸ ਤੋਂ ਬਾਅਦ ਮੈਸੇਜ ਆਏ ਕਿ ਕਰੈਕਟ ਆਪਸ਼ਨ B ਨਹੀਂ ਸੀ, D ਸੀ। ਠੀਕ ਹੈ, ਸੋ ਨਾਰਮਲੀ ਅਸੀਂ ਪੇਪਰਸ ਦੇ ਵਿੱਚ ਅਸੀਂ ਇਹ ਨਹੀਂ ਟਿਕ ਕਰਦੇ। ਪੁਆਇੰਟ ਵੈਲਿਊਜ਼ ਕਿ ਕਿੰਨੇ ਮਾਰਕਸ ਹਨ ਉਸ ਕੁਐਸਚਨ ਦੇ, ਉਹ ਸਾਰੀਆਂ ਉਹਨਾਂ ਨੂੰ ਦਿਖਣ। ਸੋ ਇਸ ਤਰ੍ਹਾਂ ਦੀਆਂ ਅਸੀਂ ਸਾਰੀਆਂ ਇਹ ਸੈਟਿੰਗਸ ਜਿਹੜੀਆਂ ਹਨ ਇਹਦੇ ਉੱਪਰ ਸਾਰੀਆਂ ਕਰਕੇ, ਸੋ 3 ਤਰ੍ਹਾਂ ਦੀਆਂ ਸੈਟਿੰਗਸ ਕਰਕੇ ਅਸੀਂ ਇਸ ਨੂੰ ਸੇਵ ਕਰ ਸਕਦੇ ਹਾਂ, ਰਾਈਟ। ਸੋ ਸੇਵ ਕਰਨ ਤੋਂ ਬਾਅਦ ਹੁਣ ਅਸੀਂ ਲਾਈਕ ਇਸ ਤੋਂ ਬਾਅਦ ਲਾਈਕ ਸੈਟਿੰਗਸ ਦੀਆਂ ਆਪਸ਼ਨਸ ਸਾਡੀਆਂ ਹੋ ਚੁੱਕੀਆਂ ਹਨ, ਅਸੀਂ ਸੈਟਿੰਗਸ ਸਾਰੀਆਂ ਸੇਵ ਕਰ ਚੁੱਕੇ ਹਾਂ। ਸੋ ਇਸ ਤੋਂ ਬਾਅਦ ਲਾਈਕ ਤੁਸੀਂ ਦੇਖੋ ਸੈਟਿੰਗਸ ਤੋਂ ਸੈਂਡ ਤੋਂ ਬਾਅਦ ਜਿਹੜਾ ਹੈ 3 ਡਾਟਸ ਦਾ ਇੱਕ ਕਾਲਮ ਹੈ। 3 ਡਾਟਸ ਦਾ ਕਾਲਮ ਸਾਨੂੰ ਕੀ ਦੱਸਦਾ ਹੈ ਕਿ ਅਸੀਂ ਕਾਪੀ ਕਰਨੀ ਹੈ ਇਸ ਨੂੰ ਟਰੈਸ਼ ਦੇ ਵਿੱਚ ਮੂਵ ਕਰਨਾ ਹੈ, ਇਸ ਨੂੰ ਪ੍ਰਿੰਟ ਕਰਨਾ ਹੈ। ਐਡ ਕੋਲੈਬੋਰੇਟਰ ਕਿ ਜੋ ਅਸੀਂ ਕੁਇਜ਼ ਬਣਾਈ ਹੈ ਇਸ ਦੀ ਐਕਸੈਸ ਕਿਸੇ ਹੋਰ ਬੰਦੇ ਨੂੰ ਦੇਣੀ ਹੈ ਐਡਿਟ ਕਰਨ ਦੀ ਜਾਂ ਡਾਟਾ ਦੇਖਣ ਦੀ। ਠੀਕ ਹੈ, ਸੋ ਕੁਝ ਐਡ ਔਨਸ ਹੁੰਦੇ ਹਨ, ਕੁਝ ਸਕ੍ਰਿਪਟ ਐਡੀਟਰਸ ਹੁੰਦੇ ਹਨ ਜਿਨ੍ਹਾਂ ਦੀ ਕਿ ਆਪਾਂ ਨੂੰ ਸਟੇਜ ਦੇ ਉੱਪਰ ਲੋਡ ਨਹੀਂ ਹੈ। ਸੋ ਨੈਕਸਟ ਅਸੀਂ ਜਾਈਏ ਤਾਂ ਕੁਐਸਚਨਸ, ਇੱਥੇ ਅਸੀਂ ਸਾਰੇ ਕੁਐਸਚਨਸ ਬਣਾਉਂਦੇ ਹਾਂ ਔਰ ਨੈਕਸਟ ਦੇ ਉੱਤਰ ਦੇਖਾਂਗੇ ਤਾਂ ਅਸੀਂ ਰਿਸਪੌਂਸਿਸ ਕਿ ਸਾਨੂੰ ਕਿੰਨੇ ਰਿਸਪੌਂਸ ਆ ਚੁੱਕੇ ਹਨ। ਠੀਕ ਹੈ, ਸੋ ਰਿਸਪੌਂਸ ਵਾਲੀ ਸ਼ੀਟ ਦੇ ਉੱਪਰ ਅਗਰ ਅਸੀਂ ਦੇਖੀਏ ਲਾਈਕ ਇਹਦੇ ਨੀਚੇ ਦੇਖੋ ਐਕਸੈਪਟ ਰਿਸਪੌਂਸ ਵਾਲਾ ਜਿਹੜਾ ਆਈਕਨ ਹੈ ਉਹ ਹਜੇ ਤੱਕ ਹਾਈਲਾਈਟ ਨਹੀਂ ਹੋਇਆ, ਕਿਉਂਕਿ ਜਦੋਂ ਮੈਂ ਇਸ ਨੂੰ ਹਾਈਲਾਈਟ ਕਰ ਦਿਆਂਗਾ ਤਾਂ ਇਹਦਾ ਮਤਲਬ ਕੀ ਹੈ ਕਿ ਲੋਕ ਇਸ ਦਾ ਜਿਹੜਾ ਹੈ ਜਵਾਬ ਦੇ ਸਕਦੇ ਹਨ। ਹਜੇ ਤੱਕ ਮੈਂ ਕੁਇਜ਼ ਨਹੀਂ ਬਣਾਈ ਹੈ, ਸੋ ਇਸ ਨੂੰ ਕੁਇਜ਼ ਬਣਾਉਣ ਤੋਂ ਬਾਅਦ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਰੀਆਂ ਚੀਜ਼ਾਂ ਨੂੰ। ਸੋ ਲੈਟ ਅਸ ਸੇ ਕਿ ਸਭ ਤੋਂ ਪਹਿਲਾਂ ਮੈਂ ਹੁਣ ਕੁਐਸਚਨਸ ਕ੍ਰੀਏਟ ਕਰਦਾ ਹਾਂ। ਹੁਣ ਕੁਐਸਚਨਸ ਕ੍ਰੀਏਟ ਕਰਨ ਲਈ ਜਦੋਂ ਤੁਸੀਂ ਕੁਇਜ਼ ਤੇ ਜਾਓਗੇ ਸੋ ਸਭ ਤੋਂ ਪਹਿਲਾਂ ਤਾਂ ਕੀ ਹੈ ਕਿ ਇੱਥੇ ਮੈਂ ਡਿਸਕ੍ਰਿਪਸ਼ਨ ਦੇਵਾਂਗਾ ਫਾਰਮ ਦੀ ਕੀ ਹੈ। ਲੈਟ ਅਸ ਸੇ ਮੈਂ ਇਹਨੂੰ ਕਹਾਂਗਾ ਸਰਪ੍ਰਾਈਜ਼ ਟੈਸਟ 1 in for marketing research, right? This is the first thing which I have done. So form the ਇੱਥੇ description ਦੇ ਸਕਦਾ ਹਾਂ ਕਿ like this is first quiz to evaluate for this is first quiz for continuous evaluation and consists of 5 marks, right? So मैं इतने description देती कि पहली quiz है जिहड़ी कि 5 नंबर दी है, consists of 5 marks, right? ਸੋ ਇਸ ਤਰ੍ਹਾਂ ਕਰਕੇ ਮੈਂ ਕੁਇਜ਼ ਬਣਾਈ। ਇੱਥੇ ਫਿਰ ਬੱਚੇ ਦਾ ਉਹ ਆਪਣੇ ਆਪ ਐਡਰੈਸ ਆਏਗਾ। ਇਸ ਤੋਂ ਬਾਅਦ ਅਸੀਂ ਹੁਣ ਫਾਰਮਸ ਬਣਾਉਣੇ ਹਨ। ਸੋ ਅਨਟਾਈਟਲਡ ਕੁਐਸਚਨਸ ਦੇ ਵਿੱਚ ਅਸੀਂ ਫਾਰਮ ਬਣਾਉਣੇ ਹਨ। ਸੋ ਇਸ 'ਤੇ ਦੇਖੋ ਰਾਈਟ ਸਾਈਡ ਦੇ ਉੱਤੇ ਜਿੱਥੇ ਮੇਰਾ ਹੁਣ ਕਰਸਰਸ ਹੈ ਆਪਸ਼ਨਸ ਹਨ। ਸੋ ਪਲੱਸ ਵਾਲੀ ਆਪਸ਼ਨ ਕੀ ਹੈ ਕੁਐਸਚਨ ਐਡ ਕਰਨ ਦੀ। ਸੋ ਸਭ ਤੋਂ ਪਹਿਲਾਂ ਕੀ ਹੈ ਮੈਂ ਕੁਐਸਚਨ ਐਡ ਕਰਨਾ ਹੈ। ਲੈਟ ਅਸ ਸੇ ਮੈਂ ਪਲੱਸ ਕੀਤਾ, ਇੱਥੇ ਕੁਐਸਚਨਸ ਦੀ ਆਪਸ਼ਨਸ ਆ ਗਈਆਂ। ਸੋ ਇੱਥੇ ਮੈਂ ਕੁਐਸਚਨ ਟਾਈਪ ਕਰ ਸਕਦਾ। ਹੁਣ ਜਦੋਂ ਮੇਰੇ ਕੋਲ ਪਹਿਲਾ ਪਲੱਸ ਦੱਬਣ ਨਾਲ ਕੁਐਸਚਨ ਐਡ ਕਰਨ ਦੀ ਆਪਸ਼ਨ ਆਈ, ਦੇਖੋ ਮੇਰੇ ਕੋਲ ਕੁਐਸਚਨ ਦੀ ਫਾਰਮਸ ਆਈਆਂ ਕਿ ਕਿਸ ਤਰ੍ਹਾਂ। ਲਾਈਕ ਇਸ 'ਤੇ ਦੇਖੋ ਡਰੋਪ ਡਾਊਨ ਐਰੋ ਹੈ ਇੱਕ, ਮੈਂ ਡਰੋਪ ਡਾਊਨ ਐਰੋ ਦੇ ਉੱਪਰ ਜਦੋਂ ਕਲਿੱਕ ਕਰਾਂਗਾ ਆਪਸ਼ਨਸ ਆ ਰਹੀਆਂ ਹਨ ਕਿ ਜੋ ਮੈਂ ਕੁਐਸਚਨ ਪੁੱਛਣਾ ਹੈ ਉਹ ਸ਼ਾਰਟ ਆਨਸਰ ਟਾਈਪ ਹੈ, ਇਟ ਹੈਜ਼ ਟੂ ਬੀ ਇਨ ਏ ਪੈਰਾਗ੍ਰਾਫ, ਇਟ ਇਜ਼ ਟੂ ਨੀਡ ਟੂ ਬੀ ਚੈੱਕ ਬਾਕਸ। ਇਹਦੇ ਵਿੱਚ ਡਰੋਪ ਡਾਊਨ ਆਪਸ਼ਨਸ ਹਨ, ਕੋਈ ਫਾਈਲ ਅਪਲੋਡ ਕਰਨੀ ਹੈ ਜਾਂ ਕੋਈ ਲੀਨੀਅਰ ਸਕੇਲ ਹੈ ਜਾਂ ਮਲਟੀਪਲ ਗ੍ਰਿਡ ਚੁਆਇਸ ਹੈ,
ਚੈੱਕ ਬਾਕਸ ਗ੍ਰਿਡ ਹੈ, ਸੋ ਡੇਟ, ਸਾਰਾ ਇਸ ਤਰ੍ਹਾਂ ਦਾ ਅਸੀਂ ਜਿਹੜਾ ਹੈ ਆਪਸ਼ਨਸ ਭਰ ਸਕਦੇ ਹਾਂ। ਸੋ ਲੈਟ ਅਸ ਸੇ ਪਹਿਲਾਂ ਅਸੀਂ ਮਲਟੀਪਲ ਚੁਆਇਸ ਆਪਸ਼ਨਸ ਦੀ ਗੱਲ ਕਰਦੇ ਹਾਂ ਮਾਰਕੀਟਿੰਗ ਰਿਸਰਚ ਦੇ ਵਿੱਚ। ਲੈਟ ਅਸ ਸੇ ਮੈਂ ਕੁਐਸਚਨ ਲਿਖਿਆ ਕਿ ਲਾਈਕ what is the name the capital city of India, right? So मैं क्वेश्चन पूछा नेम द कैपिटल सिटी ऑफ इंडिया। इस तो बाद मैं ऑप्शंस देनिया ਹਨ, राइट? मैं इस उपर सॉरी मल्टीपल चॉइस क्वेश्चन है, ठीक है। सो ऑप्शंस दित्तियां या नेम की बजाय मैं इत्थे क्योंकि वो इंटैलीजेंट सी नेम उन्हें सोचा लिखना पेगा। सो लाइक लेट्स टेक लाइक what is name the okay let us say name the capital city of India। सो मैं पहली ऑप्शन दी, मैं पहली ऑप्शन ही किया कोलकाता, राइट। दूसरी ऑप्शन ऐड करदा हाँ इत्थे मैं कहना है चेन्नई, तीसरी ऑप्शन मैं दिना हाँ ऐड ऑप्शन दे विच मैं तीसरी क्या न्यू दिल्ली, राइट। चौथी ऑप्शन क्या मैं ऐड ऑप्शन लेट अस से ऐसे बैंगलोर। सो मैं इस तरह दी ऑप्शंस दित्तियां। सो लाइक जे मैं चाहना हाँ कि इस तो बाहरली भी कोई ऑप्शन देनी है ऐड अदर्स, लाइक सपोज आई वॉन्ट टू गिव दैम अदर ऑप्शन कि इन्होंने चारों के विचों नहीं कोई होर ऑप्शन है अदर है, ठीक है। सो इस तरह मैं 4 ऑप्शनस दित्तियां। सो उस तो बाद लाइक लेट अस से तुसी देखोगे कि हुण इस तो बाद असीं इन्ना सानू पता है कि न्यू दिल्ली ऑप्शन है। सो असीं इसदे आंसर की देवांगे, आंसर क्यों ज़रूरी है क्योंकि सानू फिर पता चलेगा जदों इसकी ग्रेडिंग करनी है। सो असीं आंसर की दे उपर क्लिक करांगे। आंसर की दे उपर क्लिक किया तो देखो ये सारिया ऑप्शनस आ गई। से मान लो मैं कहना कि क्लिक करना कि राइट आंसर जोड़ा है वो न्यू दिल्ली है, न्यू दिल्ली के उपर टिक आ जाएगा। मैं पॉइंट्स कि जो तुहाडा आंसर सही है तो इसनों 1 नंबर मिलेगा, मैं इसका 1 नंबर रख दिता है। और ऐड आंसर फीडबैक ਇਹਦਾ मतलब की है कि जो बच्चे ने आंसर दिता है उसनों मान लो जो टिक करता है तो उसनों फीडबैक जाए कि मान लो लेट अस से उन्हें चेन्नई क्लिक करता तो उसनों आंसर जाए कि नहीं द कैपिटल सिटी ऑफ इंडिया इज़ न्यू दिल्ली। सो लेट अस से आई एम नॉट एडिंग दिस, ठीक है। मैं इनू डन कर दिता है। सो डन करते ही की होया कि मेरा पहला क्वेश्चन जो है वो क्रिएट हो गया है, ठीक है। सो इसी तरह लाइक ये जे मान लो इसनों जवाब देना कंपलसरी है, मैं इसनों ते क्लिक कर देंगे कि लेट अस से इट इज़ कंपलसरी, ठीक है। उस तो बाद कॉपी करना है कि मान लो मैं अगला क्वेश्चन बनाना है, मैनू ज़्यादातर वही टैंपलेट यूज़ करनी है ताकि मैं ऑप्शनस यूज़ कर सका। सो लाइक लेट अस से मैं इत्थे लिखिया इस क्वेश्चन नू कॉपी किया, ये देखो क्वेश्चन कॉपी हो गया। हुण मान लो मैं नैक्सट क्वेश्चन बनाना है which of the following is not union territory, राइट। सो मैं इत्थे नाम दिते, ठीक है। मैं लिखता वेस्ट बंगाल, राइट। मैं लिखता रिप्लेस कर रहा हूँ चंडीगढ़, ठीक है। मैं लिखता लद्दाख, ठीक है। मैं लिखता लेट अस से पुडुचेरी। सो लाइक मैं इस तरह करके यूनियन टेरिटरीज लिखती हैं और मे बी लाइक अदर्स ऑप्शन देनी है तो ठीक है, अगर नहीं देना चाहता तो मैं इसनों क्रॉस कर सकता हाँ। फिर मैं की करांगा इसका आंसर देना है जो आंसर की दे विच जावांगा क्योंकि मैं उत्थे पहला जिहड़ा है कॉपी किया सीगा। सो इसने लद्दाख नूं क्लिक किया है, लेकिन लद्दाख इज़ नॉट द राइट आंसर क्योंकि लद्दाख एक हुण मान लो यूनियन टेरिटरी है। सो इस आंसर नूं खत्म करके वॉट इज़ द आंसर वेस्ट बंगाल। सो मैं राइट आंसर देता, इसनूं पॉइंट्स देते 1, डन करता। सो मेरे को 2 क्वेश्चन बन गए, ठीक है। सो एक ही हो गया मल्टीपल चॉइस क्वेश्चन। हुण मान लो मैं इसके उपर एक नैक्सट क्वेश्चन होर ऐड करना है, मैं क्वेश्चन ऐड किया प्लस किया, ठीक है। क्वेश्चन की फॉर्म मान लो मैं शॉर्ट आंसर लेना चाहना हाँ, ठीक है ना। शॉर्ट आंसर दे विच मैं लिख दिया कि लाइक डिफाइन
मैनेजमेंट। ठीक है, सो मैं डिफाइन मैनेजमेंट, राइट। एक मैं छोटा क्वेश्चन उन्होंने शॉर्ट आंसर टाइप देना चाहना हाँ। सो इसकी आंसर की नहीं हो सकती, ठीक है, आंसर की यदि कुछ भी नहीं हो सकती, सो मैं आंसर नहीं दे सकता डिफाइनमेंट ऐड ए करेक्ट आंसर, सो इस करके नहीं हो सकता। लेकिन मैं पॉइंट्स रख सकता हाँ कि मान लो 2 पॉइंट्स हैं कि आंसर देना है और डन करता है। ठीक है, सो क्योंकि ऐड ए करेक्ट आंसर जे तुसी वैसे डेफिनेशन देनी पर कोई, क्योंकि शॉर्ट आंसर टाइप है इसनों मैनुअली चेक करके असीं देवांगे, इस करके असीं इसदी जिहड़े ग्रेड्स है वो इमीडिएटली रिलीज़ नहीं कर सकते। सो इस तरह शॉर्ट आंसर्स भी बना सकते हाँ। फिर असीं लाइक जिस तरह होर किहड़ी ऑप्शनस हैं, लाइक असीं ड्रॉप डाउन मैन्यू दे सकते हाँ, असीं फाइल्स अपलोड कर सकते हाँ। ठीक है, स्केलिंग द क्वेश्चन दे सकते हाँ, मैच द फॉलोइंग। सो इस तरह करके सारे क्वेश्चंस दी टाइप्स हैं। सो ड्यू टू टाइम कंस्ट्रेंट आई एम नॉट डिस्कसिंग ऑल टाइप्स, तुसी एक्सप्लोर कर सकते हो, इन्हों बनाना बहुत ईजी है। मैं थोड़ा बेसिक आइडिया इसका दे दिता है। उस तो बाद देखो नैक्सट जो है इंपोर्ट क्वेश्चंस, कि साढ़े क्वेश्चंस किसी होर जगह फॉर्म पर पे हैं, असी उतों भी इंपोर्ट कर सकते हाँ। ऐड टाइटल एंड डिस्क्रिप्शन, उत्थे तुसी कोई टाइटल डिस्क्रिप्शन ऐड करना है, राइट। जे मान लो तुसी उसदे क्विज बनाई है, उसदे कुछ सैक्शनस हैं, पार्ट्स हैं, ठीक है, लाइक लेट अस से कि मैं सैक्शन ए बी सी 3 पार्ट बना रहा हाँ। सैक्शन ए दे विच सिर्फ बच्चे का डाटा कैप्चर कर रहा हाँ कि उसका नाम की है, उसका रोल नंबर की है, उसकी क्लास की है, केड़ा सबजैक्ट है, केड़ी डेट में पेपर दे रहा है। ठीक है, सैक्शन 2 दे विच मैं सारे मल्टीपल चॉइस क्वेश्चंस बना रहा हाँ जिन्हों का डिफिकल्टी लैवल घट है, सारे 1 नंबर के हैं। सैक्शन सी बना रहा हाँ, वो मैं क्वेश्चंस पा रहा हाँ जिन्हों का डिफिकल्ट लैवल ज़्यादा है, वो 2-2 नंबर के हैं। या सैक्शन डी बना रहा हाँ जिहदे शॉर्ट। सो इस तरह की है मैं सैक्शनस क्रिएट कर सकता हूँ। तुसीं देखो जो ही मैं सैक्शनस पर प्रेस किया तो इत्थे सैक्शन आ गया। हुण इस मैं सैक्शन का नाम दे सकता है, सैक्शन का नाम की दे सकता हाँ, शॉर्ट आंसर टाइप क्वेश्चन, शॉर्ट आंसर टाइप क्वेश्चंस, राइट। सो इस तरह करके लाइक, और मे भी मैं कह सकता हाँ कि लाइक बेसिक इन्फॉर्मेशन ऑफ द स्टूडेंट्स, इस तरह करके असी सैक्शंस भी क्रिएट कर सकते हाँ। सो इस तरह असी सारा है गूगल फॉर्म दे विच ये सारे क्वेश्चंस क्रिएट कर सकते हाँ। सो तुसी देखो हुण असी प्रीव्यू देख सकते हाँ, असी हुण तक जो भी बनाया है। जे मैं प्रीव्यू के उपर क्लिक किया, सरप्राइज टेस्ट 1 फॉर मार्केटिंग रिसर्च, दिस इज़ फर्स्ट क्विज फॉर कंटिन्यूस इवैल्यूएशन एंड कंसिस्ट ऑफ 5 मार्क्स रिक्वायर्ड। जिहड़ी चीज़ां जरूरी हैं उन्होंने उपर स्टार ईमेल एड्रैस जरूरी है। ठीक है, मैं उन्होंने कहा विच ऑफ द फॉलोइंग इज़ नॉट ए यूनियन टेरेटरी, क्वेश्चन आया। ठीक है, सो उस तो बाद नेम द कैपिटल सिटी ऑफ इंडिया। ठीक है ना, सो ये सारे क्वेश्चन इस तरह करके देखो मैं कंपलसरी कितने क्वेश्चन अटैम्प्ट करना जरूरी है, तो इसनों मैं लाइक शॉर्ट आंसर टाइप आया डिफाइन मैनेजमेंट। सो इस तरह करके नैक्सट, क्योंकि मैं सैक्शनस बनाया सी, वो अगला सैक्शन इस तो बाद जाएगा कि सैक्शन 2 दे विच वो जे पूछेगा तो फिर वो उसनों आपां कर सकांगे, राइट। सो लाइक इस तरह करके क्योंकि आंसर करने जरूरी है। लाइक सपोज मैं इत्थे अपनी ईमेल आईडी भरदा हाँ, विकासदीप at let us say pbi.ac.in। ठीक है, सो मैं अपनी ईमेल आईडी दी, मैं विच ऑफ द फॉलोइंग इज़ नॉट यूनियन टेरेटरी मैं क्लिक किया। ठीक है, उस तो बाद मैं लाइक उन्हें क्या कि केड़ी नेम ऑफ द कैपिटल सिटी, मैं न्यू दिल्ली क्लिक किया। शॉर्ट आंसर्स मैनेजमेंट का मैं कोई जवाब दिता, मान लो मैं कुछ आंसर टाइप किया। ठीक है, उस तो बाद नैक्सट। सो जो मैं आंसर्स दिते तो ये मैनू नैक्सट पे लैके जाएगा। ठीक है, शॉर्ट आंसर टाइप क्वेश्चंस, क्योंकि मैं क्वेश्चंस कुछ बनाए नहीं, वो सॉल्व करने लिए कहेगा और फिर सबमिट करने लिए कहेगा। और जो मैं सबमिट कवांगा तो ये क्वेश्चंस जिहड़े है वो उत्थे जमा हो जाएगा। सो इस तरह की असी की है कि अपनी क्विज क्रिएट कर सकते हाँ। और लाइक लेट अस से मैं उस क्विज नू जो क्रिएट किया तो सॉरी मैं इस क्विज को क्रिएट करके इस उपरों बाहर आ रहा हाँ, वापस उत्थे आ रहा जिथे। सो देखो ये उपर हाईलाइट हो रहा है कि टोटल हुण तक इस पेपर के कितने हो गए, 4
4 पॉइंट। सो मैं किन्ने पेपर मार्क्स का पेपर सैट करना है तुहानू उपर टॉप के उपर आंदा रहेगा, तुसी इंस्ट्रक्शंस दे सकते हो। ਇਹਦਾ मतलब की है लाइक लेट अस से कि तुसी कोई वीडियो ऐड करनी है, वीडियो भी ऐड कर सकते हो, इमेज ऐड करनी है, इमेज ऐड कर सकते हो। लाइक लेट अस से कोई असी टैक्नीकल पेपर है, असी कोई सर्किट डायग्राम देनी है, असी कोई ऑर्गेनाइजेशन स्ट्रक्चर देना है, असी कोई साइंस की डायग्राम देनी है, वो इमेज पा के असी सवाल पूछ सकते हाँ। सो इस तरह दियाँ बहुत सारिया साडे कोल फैसिलिटीज़ होंदियां हैं जो इस दे विच असी कर सकते हाँ। सो इस तरह करके असी जिहड़ा है वो गूगल फॉर्म असी जिहड़ा है क्रिएट कर सकते हाँ। सो इस तो बाद आपां नैक्सट जावांगे सेंड दी ऑप्शन दे विच। तां असी जिस तरह मैं तुहानूं दस्सिया सी सेंड दी ऑप्शन दे विच जदों जावांगे तां साडे कोल सब तो पहला की आएगा कलैक्ट ईमेल है सेंड वाया कि इसनूं भेजना किस तरह है। ठीक है, सो ईमेल राहीं भेजना है या किस तरह, लाइक सबजैक्ट की है सरप्राइज टेस्ट। सो असी नॉर्मली की करते हैं कि असी लोगों नाल लिंक शेयर करते हाँ। सो मैं इत्थे लिंक आ गया है, लिंक के उपर देखो एक बहुत एक्सपेंडेड लिंक है, एक शॉर्ट लिंक है। सो जो तुसीं इहनूं शॉर्ट लिंक के उपर क्लिक करोगे तो यह लिंक शॉर्ट हो जाएगा, उसकी एक्सटेंशन चली जाएगी। सो असी की कर सकते हाँ, इस लिंक नूं कॉपी करके दो तरीके हैं, या तो कॉपी करके असी की कर सकते हाँ लोग बच्चों के व्हाट्सएप ग्रुप के राही या ईमेल के राही असी उन्होंने भेज सकते हाँ जिथे कि वो इस क्विज़ नूं सॉल्व कर सकते हैं, या असी अपनी गूगल क्लासरूम दे विच वापस आके असी उसनूं गूगल फॉर्म नूं जिहड़ा है असाइन कर सकते हाँ। सो लाइक लेट अस से मैं इत्थे गूगल फॉर्म दे विच आके ऐड करदा हाँ, उत्थे उस लिंक नूं असाइन करदा हाँ। सो लाइक सो जो है सरप्राइज टेस्ट जो है देखो उहदे नाल लिंक हो गया है। ठीक है, सो इस तरह करके लाइक मैं बच्चों के नाल वो इसनूं असाइन कर सकता हाँ। लाइक किहदे लई है असाइन करना है, असाइन करन लई मैं शेड्यूल भी कर सकता हाँ कि कदों जाए बच्चों नूं सेव कर सकता हाँ ड्राफ्ट। फिर उस तो बाद ये देख सकता हाँ कि जी क्विज़ है मैं किस नूं भेजनी है, MBA सैकेंड ईयर नूं भेजनी है, फस्ट ईयर नूं भेजनी है, MCOM की क्लास है, BBA फोर्थ समैसटर किन्ना लई मैं ये क्विज़ बनाई है, एक तो वध क्लासां नूं भेज सकदा। स्टूडेंट्स लिए भी स्पैसिफिक हो सकती है, मान लो अलग अलग रिसर्च प्रोजेक्ट्स में अलग अलग असाइनमेंट्स क्रिएट कीतियां हैं अलग अलग टॉपिक्स दियां, लाइक ऑल स्टूडेंट्स नूं भेजनी है, सिलैक्टेड स्टूडेंट्स नूं भेजनी है। सो इस तरह असी करके इसनूं कर सकते हाँ। किन्ने मार्क्स दी है, इसकी ड्यू डेट की है उसनूं रख सकते हाँ। इत्थों मैं ड्यू डेट सिलैक्ट कर सकता हाँ, मान लो लाइक लेट अस से कि मैं 25 तरीक नूं मैनू सबमिट होनी चाहिए है। टाइम रख सकता हाँ कि किस टाइम तक मैनू क्विज़ मिलनी चाहिए है, लाइक इफ़ आई एम मोर स्ट्रिक्ट लाइक लेट अस से टाइम रख सकता हाँ। ठीक है, रूब्रिक बना सकते हैं, रूब्रिक के बारे असी हजे नहीं गल करांगे। सो इत्थों असाइन कर सकते हैं। ठीक है, सो लाइक दिस इज़ हाउ वी क्रिएट आर Google quizzes which can be like used through Google Classroom। सो ਇਹਦਾ मतलब की है कि ਅਸੀਂ जो भी ਬੱਚਿਆਂ ਦੀ ਅਸੀਂ ਇਵੈਲੂਏਸ਼ਨ ਕਰਨੀ ਹੈ, ਇਵੈਲੂਏਸ਼ਨ ਦੇ ਵਿੱਚ whether you want to do it through multiple choice questions or if you want to do it short answer type questions, if you want to send them some video cases, if you want to send them case studies, ਜਾਂ ਤੁਸੀਂ ਕੋਈ ਬੱਚਿਆਂ ਤੋਂ ਲਾਈਕ ਕੀ ਕਹਿੰਦੇ ਹੁੰਦੇ ਆ ਲਾਈਕ ਸ਼ਾਰਟ ਆਨਸਰ ਟਾਈਪ ਕੁਐਸਚਨਸ ਲੈਣੇ ਹਨ, वो सारे तरह ਦੀਆਂ ਜਿਹੜੀਆਂ ਆਪਸ਼ਨਸ ਹਨ ਤੁਸੀਂ ਇਸ ਦੇ ਰਾਹੀਂ ਗੂਗਲ ਕੁਇਜ਼ ਦੇ ਰਾਹੀਂ ਬੱਚਿਆਂ ਤੋਂ ਉਹ ਸਬਮਿਟ ਕਰਵਾ ਕੇ ਫਿਰ ਅਸੀਂ ਉਹਨਾਂ ਦੀ ਗ੍ਰੇਡਿੰਗ ਵਗੈਰਾ, ਕਿਉਂਕਿ ਮੈਂ ਤੁਹਾਨੂੰ ਸਟੂਡੈਂਟਸ ਵਾਲੀ ਸਾਈਡ ਤੋਂ ਇਹ ਬੱਚਿਆਂ ਨੂੰ ਕਿਸ ਤਰ੍ਹਾਂ ਰਿਸੀਵ ਹੋਣਗੀਆਂ, ਬੱਚਿਆਂ ਨੂੰ ਕਿਸ ਤਰ੍ਹਾਂ ਅਟੈਂਪਟ ਹੋਣਗੀਆਂ, ਉਹ ਥੋੜੀ ਜਿਹੀ ਲਿਮਿਟੇਸ਼ਨ ਹੈ, ਕਿਉਂਕਿ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਇਹ ਬੱਚਿਆਂ ਨਾਲ ਹਜੇ ਤੱਕ ਸ਼ੇਅਰ ਨਹੀਂ ਕੀਤੀ ਜਾ ਰਹੀ। ਬੱਚੇ ਉਸ ਨੂੰ ਆਨਸਰ ਕਰਨ ਤਾਂ ਮੈਂ ਤੁਹਾਨੂੰ ਉਸ ਦਾ ਦੂਸਰਾ ਪਾਰਟ ਵੀ ਦਿਖਾ ਸਕਦਾ ਸੀ ਕਿ ਬੱਚਿਆਂ ਕੋਲ ਕਿਸ ਤਰ੍ਹਾਂ ਪਹੁੰਚਦੀ ਹੈ, ਔਰ ਬੱਚਿਆਂ ਤੋਂ ਬਾਅਦ ਸਾਡੇ ਕੋਲ ਵਾਪਸ ਜਦੋਂ ਆਉਂਦੀ ਹੈ ਉਹ ਟਰਨ ਇਟ ਇਨ ਅਸੀਂ ਕਿਵੇਂ ਕਰਦੇ ਹਾਂ ਟਰਨ ਇਨ, ਔਰ ਉੱਥੇ ਸਾਨੂੰ ਬੱਚਿਆਂ ਦੇ ਆਨਸਰਸ ਨੂੰ किस तरह पता चल सकता है। ठीक है ना, लाइक लेट अस से मैं तुहानूं एक जे सरप्राइज टेस्ट दिखावां बच्चों का, लाइक जो पहला मैं लए हुए है अगर उस पर देखा तो व्यू असाइनमेंट्स मैं इत्थे देखो बच्चे टर्न इन होए हैं, लाइक व्यू असाइनमेंट्स। ठीक है, बच्चों दी असाइनमेंट्स नूं व्यू कर सकता हाँ, किस बच्चे ने असाइनमेंट कदों जमा की है, उन्होंने सब दे नाम आ रहे हैं, इत्थे मैं उन्होंने ग्रेडिंग कर सकता हाँ, इवैल्यूएशन दे के मार्क्स दे सकता हाँ। सो इस सारियां जिहड़ियां फैसिलिटीज़ हैं like I can use, right? So like let us go back to the classes, right? So now what we have done till now, we have understood that how to create a quiz, how to assign a quiz, और इवैल्यूएट करने ਲਈ क्विज़ ਨੂੰ ਅਸੀਂ ਉਹਦੇ ਵਿੱਚ ਜਾ ਕੇ ਫਿਰ ਉਸ ਤਰ੍ਹਾਂ ਦੀ ਗ੍ਰੇਡਸ ਦੇਖ ਸਕਦੇ ਹਾਂ। ਲਾਈਕ ਜਿਸ ਤਰ੍ਹਾਂ ਮੈਂ ਕਲਾਸ ਦੇ ਵਿੱਚ ਗਿਆ ਗ੍ਰੇਡਸ ਦੇ ਵਿੱਚ ਜਾ ਕੇ
ਜਦੋਂ ਬੱਚਿਆਂ ਨੇ ਉਹ ਕੁਇਜ਼ ਜਮ੍ਹਾਂ ਕੀਤੀਆਂ ਹਨ ਤਾਂ ਉਸ ਨੂੰ ਮੈਂ ਚੈੱਕ ਕਰ ਸਕਦਾ ਹਾਂ। ਸੋ ਲਾਈਕ ਬਿਕੋਜ਼ ਆਈ ਡੂ ਨਾਟ ਹੈਵ ਐਨੀ ਰੀਅਲ ਟਾਈਮ ਆਨਸਰ, ਸੋ ਮੈਂ ਤੁਹਾਨੂੰ ਦਿਖਾਵਾਂ ਕਿਉਂਕਿ ਮੇਰੇ ਓਰੀਜਨਲ ਕਲਾਸ ਦੇ ਕੁਛ ਸਟੂਡੈਂਟਸ ਦੇ class works on, so I cannot do with it, but this is how we can do settle grades for the student. So this is all about like how do we do quizzes in the Google Classroom. Next ਜੋ ਹੈ ਕਿ ਅਸੀਂ ਮੰਨ ਲਓ ਇੱਕ ਲਾਈਵ ਕਲਾਸ ਜਿਹੜੀ ਹੈ ਅਸੀਂ ਕਲਾਸਰੂਮ ਦੇ ਵਿੱਚ ਲੈਣੀ ਹੈ। ਸੋ ਲਾਈਵ ਕਲਾਸਰੂਮ ਦੇ ਲਈ ਅਸੀਂ ਕੀ ਕਰਾਂਗੇ? ਸੋ ਲਾਈਵ ਕਲਾਸਰੂਮ ਨੂੰ ਲੈਣ ਦੇ ਲਈ ਲੈਟ ਅਸ ਸੇ ਵਾਟ ਵੀ ਹੈਵ ਟੂ ਡੂ, ਕਿਉਂਕਿ ਗੂਗਲ ਦੇ ਮੈਂ ਤੁਹਾਨੂੰ ਦੱਸਿਆ ਸੀ ਜਿਊ ਸੂਟ ਹੈ। ਅਗਰ ਲਾਈਕ ਤੁਸੀਂ ਆਪਣੇ ਗੂਗਲ ਕਲਾਸਰੂਮ ਦੇ ਫਸਟ ਪੇਜ ਨੂੰ ਦੇਖੋ ਜਿਸ ਦੇ ਉੱਪਰ ਅਸੀਂ ਕਲਾਸਿਸ ਕ੍ਰੀਏਟ ਕੀਤੀਆਂ ਹੋਈਆਂ ਹਨ, ਉਸ ਦੇ ਜੇ ਅਸੀਂ ਇੱਥੇ ਦੇਖੀਏ ਕਿ ਇੱਕ 3x3 ਦੀ ਮੈਟ੍ਰਿਕਸ ਹੈ, ਉਸ 3x3 ਦੀ ਮੈਟ੍ਰਿਕਸ ਦੇ ਵਿੱਚ ਕੀ ਹਨ? ਡਿਫਰੈਂਟ ਗੂਗਲ ਐਪਸ ਹਨ ਜਿਹੜੀਆਂ ਕਿ ਅਸੀਂ ਯੂਜ਼ ਕਰ ਸਕਦੇ ਹਨ। ਜੇ ਇਹਦੇ ਉੱਪਰ ਕਲਿੱਕ ਕਰੀਏ ਦੇਖੋ ਇਸ ਦੇ ਉੱਪਰ ਸਾਰੀਆਂ ਆਪਸ਼ਨਸ ਜਿਹੜੀਆਂ ਗੂਗਲ ਦੀਆਂ, ਗੂਗਲ ਡਰਾਈਵ ਹੈ, ਕੈਲੰਡਰ ਹੈ, ਕੌਂਟੈਕਟਸ ਹੈ, ਮੈਪਸ ਹੈ, ਗੂਗਲ ਸਰਚ ਹੈ, ਇਹਨਾਂ ਸਭ ਨੂੰ ਯੂਜ਼ ਕਰ ਸਕਦੇ ਹਾਂ। ਨੀਚੇ ਦੇਖੋ ਤਾਂ ਗੂਗਲ ਕਲਾਸਰੂਮ ਹੈ। ਸੋ ਇਸੇ ਤਰ੍ਹਾਂ ਦੀ ਇੱਕ ਆਪਸ਼ਨ ਗੂਗਲ ਮੀਟ ਹੈ ਜਿਹਦੇ ਰਾਹੀਂ ਕਿ ਅਸੀਂ ਆਪਣੀ ਲਾਈਵ ਕਲਾਸਿਸ ਲੈ ਸਕਦੇ ਹਾਂ। ਸੋ ਅਸੀਂ ਗੂਗਲ ਮੀਟ ਦੇ ਵਿੱਚ ਅਸੀਂ ਕੀ ਸਮਝਣ ਦੀ ਕੋਸ਼ਿਸ਼ ਕਰਾਂਗੇ, ਦੋ ਟੌਪਿਕਸ ਨੂੰ ਅਸੀਂ ਅੱਜ ਕਵਰ ਕਰਾਂਗੇ ਗੂਗਲ ਮੀਟ ਦੇ ਵਿੱਚ ਕਿ ਅਸੀਂ ਗੂਗਲ ਕਲਾਸਰੂਮ ਗੂਗਲ ਮੀਟ ਦੇ ਰਾਹੀਂ ਕਲਾਸ ਕਿਵੇਂ ਕ੍ਰੀਏਟ ਕਰਨੀ ਹੈ ਜਦੋਂ ਲਾਈਵ ਕਲਾਸ ਲੈਣੀ ਹੈ, ਔਰ ਕਲਾਸ ਨੂੰ ਸਟਾਰਟ ਕਿਵੇਂ ਕਰਨਾ ਹੈ, ਫਿਰ ਉੱਥੇ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ ਸ਼ੇਅਰ ਕਰਨੀਆਂ ਹਨ, ਫਿਰ ਅਸੀਂ ਕੀ ਫੈਸਿਲਿਟੀਜ਼ ਅਵੇਲੇਬਲ ਹਨ, ਔਰ ਅਸੀਂ ਅਟੈਂਡੈਂਸ ਕਿਸ ਤਰ੍ਹਾਂ ਲੈਣੀ ਹੈ ਗੂਗਲ ਕਲਾਸਰੂਮ ਦੇ ਵਿੱਚ ਗੂਗਲ ਮੀਟ ਦੇ ਰਾਹੀਂ। ਸੋ ਅਟੈਂਡੈਂਸ ਲੈਣ ਦੇ ਲਈ ਡਿਜੀਟਲ ਅਟੈਂਡੈਂਸ ਕਿ ਜੋ ਵੀ ਬੱਚਾ ਸਾਡੀ ਕਲਾਸ ਦੇ ਵਿੱਚ ਆਇਆ ਹੈ, ਕਦੋਂ ਆਇਆ, ਕਿੰਨੀ ਦੇਰ ਸਾਡੀ ਕਲਾਸ ਦੇ ਵਿੱਚ ਰਿਹਾ, ਉਸ ਨੂੰ ਅਟੈਂਡੈਂਸ ਨੂੰ ਅਸੀਂ ਕਿਸ ਤਰ੍ਹਾਂ ਮੇਨਟੇਨ ਕਰਨਾ ਹੈ। ਸੋ ਨੈਕਸਟ ਲੈਟ ਅਸ ਟਰਾਈ ਟੂ ਅੰਡਰਸਟੈਂਡ ਕਿ ਵਾਟ ਇਜ਼ ਗੂਗਲ ਮੀਟ ਜੋ ਕਿ ਅਸੀਂ ਲਾਈਵ ਕਲਾਸ ਲੈਣ ਲਈ ਯੂਜ਼ ਕਰਦੇ ਹਾਂ। ਸੋ ਤੁਸੀਂ ਐਪਸ ਦੇ ਵਿੱਚ ਜਾ ਕੇ ਗੂਗਲ ਮੀਟ ਨੂੰ ਦੇਖਣਾ ਹੈ। ਸੋ ਦੇਖੋ ਗੂਗਲ ਮੀਟ ਦਾ ਇੱਕ ਆਈਕਨ ਹੈ ਜੋ ਕਿ ਮੇਰੀ ਸਕਰੀਨ ਦੇ ਉੱਪਰ ਜੀਮੇਲ ਦੇ ਨਾਲ ਇੱਕ ਜਿਹੜਾ ਹੈ ਡਾਇਲੌਗ ਬਾਕਸ ਦੇ ਵਿੱਚ ਇੱਕ ਵੀਡੀਓ ਕੈਮਰਾ ਦੀ ਤਰ੍ਹਾਂ ਬਣਿਆ ਹੋਇਆ ਹੈ। ਸੋ ਅਸੀਂ ਜੇ ਇਸ ਨੂੰ ਕਲਿੱਕ ਕਰਾਂਗੇ ਤਾਂ ਅਸੀਂ ਗੂਗਲ ਮੀਟ ਦੇ ਉੱਪਰ ਪਹੁੰਚ ਜਾਵਾਂਗੇ। ਸੋ ਲੈਟ ਅਸ ਗੋ ਥਰੂ ਨਾਓ ਗੂਗਲ ਮੀਟ। ਸੋ ਗੂਗਲ ਮੀਟ ਕੀ ਹੈ ਕਿ ਇੱਕ ਵੀਡੀਓ ਮੀਟਿੰਗਸ ਲਈ ਹੈ। ਗੂਗਲ ਮੀਟ ਜੋ ਹੈ ਹਜੇ ਲਾਈਕ ਇਟਸ ਏ ਫ੍ਰੀ ਟਿਲ 30th ਸੈਪਟੰਬਰ। ਇਸ ਤੋਂ ਬਾਅਦ ਪਤਾ ਨਹੀਂ ਹੋ ਕਿ ਗੂਗਲ ਵਾਲੇ ਪੋਲਿਸੀ ਬਣਾਉਂਦੇ ਹੈ, ਆਮ ਨਾਟ ਵੈਰੀ ਸ਼ੋਰ। ਸੋ ਇਹਦੇ ਉੱਪਰ ਜਦੋਂ ਤੁਸੀਂ ਗੂਗਲ ਮੀਟ ਦੇ ਉੱਪਰ ਜਾਂਦੇ ਹੋ ਦੇਖੋ ਦੋ ਆਪਸ਼ਨਸ ਹਨ, ਨਿਊ ਮੀਟਿੰਗ ਔਰ ਐਂਟਰ ਏ ਕੋਡ ਔਰ ਏ ਲਿੰਕ। ਸੋ ਨਿਊ ਮੀਟਿੰਗ ਕੀ ਹੈ? ਜਦੋਂ ਕਿ ਮੈਂ ਕੋਈ ਨਵੀਂ ਕਲਾਸ ਸ਼ੁਰੂ ਕਰਨੀ ਹੀ ਹੈ। ਐਂਟਰ ਏ ਕੋਡ ਏ ਮੀਟਿੰਗ ਜਦੋਂ ਕਿ ਮੈਂ ਆਪਣੀ ਕਲਾਸ ਨੂੰ ਜੁਆਇਨ ਕਰਨਾ ਹੈ। ਸੋ ਇਹਦਾ ਮਤਲਬ ਕੀ ਹੈ ਕਿ ਐਜ਼ ਏ ਟੀਚਰ ਆਈ ਵਿਲ ਸੈਟ ਏ ਨਿਊ ਮੀਟਿੰਗ, ਪਰ ਉਹ ਨਿਊ ਮੀਟਿੰਗ ਦਾ ਜਦੋਂ ਲਿੰਕ ਮੈਂ ਬੱਚਿਆਂ ਨੂੰ ਭੇਜਾਂਗਾ ਤਾਂ ਐਂਟਰ ਏ ਕੋਡ ਉਹ ਲਿੰਕ ਦੇ ਰਾਹੀਂ ਉਸ ਕਲਾਸ ਦੇ ਵਿੱਚ ਆਉਣਗੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਮੀਟਿੰਗ ਕ੍ਰੀਏਟ ਕਰਨੀ ਹੈ। ਸੋ ਨਿਊ ਮੀਟਿੰਗ ਦੇ ਵਿੱਚ ਜਾ ਕੇ ਰਾਈਟ, ਸੋ ਇੱਕ ਤਾਂ ਹੈ ਗੈਟ ਏ ਮੀਟਿੰਗ ਲਿੰਕ ਟੂ ਸ਼ੇਅਰ, ਸਟਾਰਟ ਇੰਸਟੈਂਟ ਮੀਟਿੰਗ, ਸ਼ਡਿਊਲ ਇਨ ਗੂਗਲ ਕੈਲੰਡਰ। ਸੋ ਮੰਨ ਲਓ ਕਿ ਮੈਂ ਬੱਚਿਆਂ ਲਈ ਇੱਕ ਲਿੰਕ ਕ੍ਰੀਏਟ ਕਰਨਾ ਹੈ ਕਿ ਮੈਂ ਉਹਨਾਂ ਨੂੰ ਭੇਜਾਂ ਕਿ ਇਸ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਤਾਂ ਆਪਣੀ ਕਲਾਸ ਲੱਗੇਗੀ। ਸੋ ਗੈਟ ਏ ਮੀਟਿੰਗ ਲਿੰਕ ਟੂ ਸ਼ੇਅਰ, ਮੈਂ ਇਹਦੇ ਉੱਪਰ ਕਲਿੱਕ ਕੀਤਾ, ਠੀਕ ਹੈ। ਇਹ ਦੇਖੋ ਇਹ ਮੀਟਿੰਗ ਦਾ ਲਿੰਕ ਕ੍ਰੀਏਟ ਹੋ ਗਿਆ। ਇਹਦਾ ਮਤਲਬ ਕੀ ਹੈ ਕਿ ਜੋ ਇਹ ਮੀਟਿੰਗ ਲਿੰਕ ਬਣਿਆ ਹੈ ਜੇ ਮੈਂ ਇਸ ਨੂੰ ਕਾਪੀ ਕਰਕੇ ਦੇਖੋ ਕਾਪੀ ਦਾ ਸਾਈਨ ਹੈ। ਸੋ ਇਹ ਮੀਟਿੰਗ ਲਿੰਕ ਕੀ ਹੈ? ਕਾਪੀ ਹੋ ਗਿਆ ਹੈ। ਇਸ ਨੂੰ ਮੈਂ ਕਾਪੀ ਕਰਕੇ ਬੱਚਿਆਂ ਨੂੰ ਜਦੋਂ WhatsApp ਰਾਹੀਂ ਸਟੂਡੈਂਟਸ ਨੂੰ ਭੇਜ ਦਿਆਂਗਾ ਤਾਂ ਉਹ ਕੀ ਹੈ ਜਦੋਂ ਇਸ ਲਿੰਕ ਦੇ ਉੱਪਰ ਕਲਿੱਕ ਕਰਨਗੇ ਔਰ ਮੈਂ ਇੱਧਰੋਂ ਮੀਟਿੰਗ ਸ਼ੁਰੂ ਕੀਤੀ ਹੋਏਗੀ ਤਾਂ ਉਹ ਮੇਰੇ ਨਾਲ ਜੁੜ ਸਕਣਗੇ। ਸੋ ਮੈਂ ਗੂਗਲ ਮੀਟ ਦੇ ਰਾਹੀਂ ਤੁਹਾਨੂੰ ਹਜੇ ਲਾਈਵ ਡੈਮੋ ਇਸ ਲਈ ਨਹੀਂ ਦੇ ਸਕਦਾ ਕਿਉਂਕਿ ਮੇਰੇ ਕੋਲ ਦੂਸਰੀ ਤਰਫ ਸਟੂਡੈਂਟ ਨਹੀਂ ਹਨ, ਪਰ ਫਿਰ ਵੀ ਲਾਈਕ ਲੈਟ ਅਸ ਸੇ ਕਿ ਮੈਂ ਮੀਟਿੰਗ ਨੂੰ ਸ਼ੁਰੂ ਕਰਦਾ ਹਾਂ। ਲੈਟ ਅਸ ਸੇ ਐਂਟਰ ਏ ਮੀਟਿੰਗ, ਰਾਈਟ। ਮੈਂ ਜਿਹੜਾ ਸੀਗਾ ਉਹ ਲਿੰਕ ਜੋ ਬੱਚਿਆਂ ਨੂੰ ਭੇਜਿਆ ਸੀ ਉਸ ਨੂੰ ਸ਼ੁਰੂ ਕਰ ਰਿਹਾ ਹਾਂ। ਠੀਕ ਹੈ। ਸੋ ਦੇਖੋ ਇਹ ਦੇਖੋ ਮੀਟਿੰਗ ਲਈ ਰੈਡੀ ਹੋ ਰਿਹਾ ਹੈ, ਮੀਟਿੰਗ ਆ ਗਈ ਹੈ ਔਰ ਜਦੋਂ ਹੀ ਮੈਂ ਇਸ ਗੂਗਲ ਮੀਟਿੰਗ ਨੂੰ ਸ਼ੁਰੂ ਕਰਾਂਗਾ ਦੇਖੋ ਇਸ ਦੇ ਵਿੱਚ ਜਿਹੜਾ ਹੈ ਕੁਛ ਜੋ ਹੈ ਲਾਈਕ ਵੀਡੀਓ ਔਨ ਹੈ ਔਰ ਦਿਸ ਇਜ਼ ਵੀਡੀਓ ਸਾਈਨ ਐਂਡ ਦਿਸ ਇਜ਼ ਆਡੀਓ ਸਾਈਨ। ਸੋ ਮੈਂ ਆਪਣੀ ਵੀਡੀਓ ਬੰਦ ਕਰ ਸਕਦਾ ਹਾਂ, ਆਪਣੀ
ऑडियो बंद कर सकता हाँ राइट लेट अस से फिर मैं रेडी टू ज्वाइन जो मैनू पता लग गया कि लाइक आई एम रेडी टू ज्वाइन वीडियो ऑडियो बंद है तो मैं ज्वाइन कर सकता हाँ ये प्रेजेंट की है लाइक जे मैं प्रेजेंट करना है लोग लेट अस से ज्वाइन नाउ सो मैं इसनू ज्वाइन कर लिया है ठीक है सो मैं मीटिंग दे विच आ गया हाँ उसदे देखो मीटिंग दी डिटेल्स दे विच मेरी ऑडियो बंद है मेरी वीडियो बंद है और जो है यह की है लीव जे मैं मीटिंग नू छड्डना है तो इसनू क्लिक करना है इसके ऊपर एक ऑप्शन है लाइक टर्न ऑन कैप्शनस का की मतलब है कि लाइक जो मैं बोलांगा उस स्क्रीन के ऊपर वो इंग्लिश लेकिन इसकी इको ही लिमिटेशन है कि जो टर्न ऑन कैप्शनस जो मैं करांगा वो इंग्लिश दे विच ही सिर्फ पॉसीबल है लाइक जे मैं पंजाबी या हिंदी दे विच बोल रहा हाँ तो ये ऊपर नहीं आएगा सो लाइक लेट अस से मैं टर्न ऑन करता हाँ सो मैं लिख हेलो फ्रेंड्स हाउ आर यू राइट सो this is the way like you can say so you have to present now present means like I have to share my screen so मैं विंडो शेयर करनी है या इंटायर स्क्रीन शेयर करनी है या किस तरह करना है उसके बारे हो सकता है दिस शोज मी हाउ मैनी पीपल आर देयर इन द क्लास देखो फिलहाल विकासदीप इको ही क्लास ਦੇ ਵਿੱਚ है ठीक है सो इस दे नाल की है चैट बॉक्स ਅਸੀਂ अपनी चैट ऑन कर सकते हाँ डिस्कशन करन दे ਲਈ ठीक है फिर इस दे नाल टाइम दिखा रहा है कौन हैं सो ये सारा की है गूगल मीट का जोड़ा डिस्पले है सो गूगल मीट के राही फिर मैं अपनी क्लास नू जो मैं तुहानू लिंक पहला दिखाया सी वो जो मैं असाइन कर देंगा स्टूडेंट्स नू तो वह गूगल मीट के राही मैं एक अपनी लाइव क्लास नू लै सकता हाँ राइट सो दिस इज़ ऑल अबाउट गूगल मीट हुण गूगल मीट के विच जो दूसरी इंपॉर्टेंट इशू है कि असी अटेंडेंस किस तरह लेनी है ठीक है सो अटेंडेंस लैन दे लई लाइक इफ आई शो यू मैं गूगल मीट बंद कर चुकिया हाँ गूगल मीट नू दोबारा शुरू करांगा अटेंडेंस लैन दे लई सानू एक इहदे नाल एक एड ऑन डाउनलोड करना पैंदा है एड ऑन डाउनलोड करन लई की करना पैंदा है असी जदों गूगल दे विच जावांगे सो मैं तुहानू दिखा रहा हाँ कि लेट अस गो टू द गूगल दे विच जाके तुसी सर्च बार दे विच की लिखना है अटेंडेंस इन गूगल मीट मान लो मैं ये टाइप किया और इसनू टाइप करते ही सर्च करांगा तो देखो ऑप्शन आएगी chrome.google.com गूगल मीट अटेंडेंस गूगल क्रोम सो गूगल मीट अटेंडेंस गूगल क्रोम का एक एड ऑन है सो इसनू असी क्लिक करके डाउनलोड करना है सपोज मैं इसनू जो क्लिक करदा हाँ तो देखो ये आ रहा है एक्सटेंशनस कि तुहानू एक्सटेंशनस देगा हुण इत्थे देखो रिमूव फ्रॉम क्रोम आ रहा है रिमूव फ्रॉम क्रोम का की मतलब है क्योंकि मैं ऑलरेडी क्रोम के ऊपर इसनू डाउनलोड कर चुकिया हाँ जे मैं डाउनलोड नहीं किया तो की गएगा ऐड टू क्रोम और देखो मेरे जो गूगल क्रोम का जो ब्राउज़र है उत्थे एक आइकन आ रहा है ये एक्सटेंशनस हैं सो ये एक्सटेंशन किस चीज़ की है डिजिटल अटेंडेंस लैन दी गूगल मीट के थ्रू सो जो मैं इस डिजिटल मीट के थ्रू इस गूगल दे विच अटेंडेंस लैनी है तो इसनू क्लिक करांगा तो मेरी गूगल मीट दे विच की है अटेंडेंस एक्टिवेट हो जाएगी लेट अस से कि मैं गूगल मीट दे विच क्लास दे विच दोबारा गया लाइक लेट अस से आई शो यू लेट अस से आई एम गूगल आई एम इन गूगल मीट के ऊपर गया ठीक है गूगल मीट के ऊपर जाके मैं न्यू मीटिंग शुरू की लेट अस से मैं इंस्टेंट मीटिंग शुरू कर रहे हैं पहला कोई मीटिंग का लिंक नहीं है मैं नवी मीटिंग शुरू कर रहे हैं ठीक है सो जो ही मैं मीटिंग का लिंक शुरू करांगा मैं अपनी वीडियो ऑफ की मैं अपनी ऑडियो ऑफ की मैं इसनू ज्वाइन नाउ किया सो ज्वाइन नाउ करते ही मैं इसनू बंद किया राइट एड नतर मैं इसनू बंद कर रहा हाँ एक बारी लाइक आर यू टॉकिंग योर माइक इज़ ऑफ ओके ठीक है मैं इसनू माइक नू ऑन कर देंगा तो उन्होंने कोल मेरी आवाज़ जाएगी क्योंकि मैं हजे स्क्रीन रिकॉर्डर के थ्रू चल रहा हाँ सो इस करके लाइक इन्ना इंपॉर्टेंट नहीं है और इसके ऊपर देखो की है कि मैं अगर इत्थे क्लिक करांगा तो गूगल अटेंडेंस दे भी मैनेज एक्सटेंशन अटेंडेंस भी मैं इसके थ्रू लै सकता हाँ क्योंकि हुण मेरे को बच्चे नहीं हैं सो लाइक मैं अटेंडेंस लैनी है
ਤਾਂ ਉਸ ਦੇ ਥਰੂ ਹਜੇ ਮੈਂ ਦਿਖਾ ਨਹੀਂ ਸਕਦਾ। ਸੋ ਬਟ ਵਾਟ ਆਈ ਹੈਵ ਟੋਲਡ ਯੂ ਲਾਈਕ ਵੀ ਇਟ ਇਜ਼ ਪੋਸੀਬਲ ਟੂ ਟੇਕ डिजिटल अटेंडेंस बिकॉज आई डू नॉट हैव द अदर पार्ट ऑफ द इंटरफेस, मेरे को स्टूडेंट्स वाली साइड नहीं है। उन्होंने इन लैके क्योंकि वो उपर एक बटन आएगा, उस बटन के उपर क्लिक करेंगे तो उन्होंने अटेंडेंस मार्क हो जाएगी, उन्होंने टाइम भी आ जाएगा किन्ने बजे वो क्लास के एंटर किए और कदों लीव किए। बट द बेसिक थिंग इज़ लाइक वॉट डू वी नीड टू डू, असी जदों भी अटेंडेंस लैनी है गूगल क्लासरूम ਦੇ ਵਿੱਚ ਤਾਂ ਅਸੀਂ ਗੂਗਲ ਮੀਟ ਦੇ ਰਾਹੀਂ ਜਦੋਂ ਅਸੀਂ ਆਪਣੀ ਕਲਾਸ ਲੈ ਰਹੇ ਹੋਵਾਂਗੇ ਅਸੀਂ ਇੱਕ ਆਪਣਾ ਐਡ ਔਨ ਲਵਾਂਗੇ। ਐਡ ਔਨ ਜਿਹੜਾ ਹੈ ਅਟੈਂਡੈਂਸ ਐਡ ਔਨ ਹੈ ਗੂਗਲ ਮੀਟ ਦਾ, ਔਰ ਉਸ ਦੇ ਥਰੂ ਅਸੀਂ ਡਿਜੀਟਲ ਅਟੈਂਡੈਂਸ ਜਿਹੜੀ ਹੈ ਉਹ ਲੈ ਸਕਦੇ ਹਾਂ। ਆਈ ਹੋਪ ਕਿ ਕਾਫੀ ਤੁਹਾਨੂੰ ਕਲੀਅਰ ਹੈ ਕਿ ਅਸੀਂ ਅਟੈਂਡੈਂਸ ਕਿਸ ਤਰ੍ਹਾਂ ਲੈਣੀ ਹੈ। ਸੋ ਹੁਣ ਤੱਕ ਅਸੀਂ ਕੀ ਸਿੱਖਿਆ ਕਿ ਲਾਈਕ ਅਸੀਂ ਕੁਇਜ਼ ਕਿਸ ਤਰ੍ਹਾਂ ਕ੍ਰੀਏਟ ਕਰਨੀ ਹੈ, ਉਸ ਕੁਇਜ਼ ਦੇ ਵਿੱਚ ਅਸੀਂ ਕਿਸ ਤਰ੍ਹਾਂ ਲਾਈਕ how to create a quiz, how to assign a quiz, how to evaluate a quiz। ਉਸ ਤੋਂ ਬਾਅਦ ਗੂਗਲ ਮੀਟ ਬਾਰੇ ਅਸੀਂ ਗੱਲ ਕੀਤੀ, ਲਾਈਵ ਕਲਾਸਿਸ ਲੈਣ ਬਾਰੇ। ਗੂਗਲ ਮੀਟ ਦੇ ਵਿੱਚ ਅਸੀਂ ਸਕਰੀਨ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹਾਂ, ਸਕਰੀਨ ਕਿਵੇਂ ਸ਼ੇਅਰ ਕਰ ਸਕਦੇ ਹਾਂ। ਫਿਰ ਲਾਈਕ ਅਸੀਂ ਗੱਲ ਕੀਤੀ ਕਿ ਗੂਗਲ ਕਲਾਸਰੂਮ ਦੇ ਵਿੱਚ ਜੇ ਅਸੀਂ ਗੂਗਲ ਮੀਟ ਦੇ ਵਿੱਚ ਅਟੈਂਡੈਂਸ ਲੈਣੀ ਹੋਵੇ ਤਾਂ ਸਾਨੂੰ ਇੱਕ ਐਡ ਔਨ ਲੈਣ ਦੀ ਜ਼ਰੂਰਤ ਪੈਂਦੀ ਹੈ। ਸੋ ਦਿਸ ਇਜ਼ ਆਲ ਅਬਾਊਟ ਲਾਈਕ ਗੂਗਲ ਕਲਾਸਰੂਮ ਜਿਹੜਾ ਕਿ ਸਾਨੂੰ ਆਪਸ਼ਨਸ ਹਨ। ਲੇਕਿਨ ਦੇਖੋ ਜੋ ਵੀ ਚੀਜ਼ ਅਸੀਂ ਯੂਜ਼ ਕਰ ਰਹੇ ਹਾਂ ਉਸ ਦੀਆਂ ਕੁਛ ਲਿਮਿਟੇਸ਼ਨਸ ਵੀ ਹੁੰਦੀਆਂ ਹਨ। ਨੋ ਡਾਊਟ ਸਾਨੂੰ ਗੂਗਲ ਕਲਾਸਰੂਮ ਬਹੁਤ ਅੱਛਾ ਲੱਗਦਾ ਹੈ। ਗੂਗਲ ਕਲਾਸਰੂਮ ਦੇ ਵਿੱਚ ਸਾਨੂੰ ਇਹ ਵੀ ਲੱਗਦਾ ਹੈ ਕਿ ਮੈਂ ਸਟੂਡੈਂਟਸ ਨੂੰ ਐਡ ਕਰ ਸਕਦਾ ਹਾਂ, ਅਸਾਈਨਮੈਂਟਸ ਭੇਜ ਸਕਦਾ ਹਾਂ। ਲੇਕਿਨ ਦੇਖੋ ਯੂਨੀਵਰਸਿਟੀ ਵੱਲੋਂ ਜੋ ਸਾਡਾ ਉਪਰਾਲਾ ਹੈ ਕਿ ਅਸੀਂ ਇੱਕ ਮੂਡਲ ਪਲੇਟਫਾਰਮ ਨੂੰ ਤੁਹਾਡੇ ਨਾਲ ਲੈ ਕੇ ਆਏ ਹਾਂ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਪੂਰਾ ਇੰਟੀਗ੍ਰੇਟਿਡ ਲਰਨਿੰਗ ਮੈਨੇਜਮੈਂਟ ਸਿਸਟਮ ਹੈ ਜਿਹਦੇ ਵਿੱਚ ਕਿ ਇਹ ਸਾਰੀਆਂ ਚੀਜ਼ਾਂ ਇਨਬਿਲਟ ਹਨ। ਸੋ ਜਿਹਦੇ ਵਿੱਚ ਅਸੀਂ ਕਿ ਅਟੈਂਡੈਂਸ ਕਿਸ ਤਰ੍ਹਾਂ ਮੈਨੇਜ ਕਰਨੀ ਹੈ ਜਾਂ ਬੱਚਿਆਂ ਨੂੰ ਸਾਰਾ ਕਿਸ ਤਰ੍ਹਾਂ ਮੋਨੀਟਰਿੰਗ ਕਰਨੀ ਹੈ, ਕਿਸ ਤਰ੍ਹਾਂ ਮਟੀਰੀਅਲ ਅਸਾਈਨ ਕਰਨਾ ਹੈ, ਇਟਸ ਅ ਕੰਪਲੀਟ ਇੰਟੀਗ੍ਰੇਟਿਡ ਸਿਸਟਮ। ਸੋ ਆਈਲ ਰਿਕੁਐਸਟ, ਮੈਂ ਸਾਰੇ ਆਪਣੇ ਅਧਿਆਪਕ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਠੀਕ ਹੈ ਅਸੀਂ ਗੂਗਲ ਕਲਾਸਰੂਮ ਨੂੰ ਯੂਜ਼ ਕਰੀਏ ਪਰ ਇੱਕ ਜਿਹੜਾ ਇੰਟੀਗ੍ਰੇਟਿਡ ਪੈਕੇਜ ਹੈ ਜਿਹਦੇ ਵਿੱਚ ਕਿ ਸਾਨੂੰ ਸਾਰੀ ਫੈਸਿਲਿਟੀਜ਼ ਇੱਕ ਜਗ੍ਹਾ 'ਤੇ ਅਵੇਲੇਬਲ ਹਨ, ਉਸ ਸਾਨੂੰ ਹੌਲੀ ਹੌਲੀ ਮੂਡਲ ਪਲੇਟਫਾਰਮ 'ਤੇ ਵੀ ਸ਼ਿਫਟ ਕਰਕੇ ਉਸ ਦੀ ਪਾਰ ਨੂੰ ਸੋਚਣਾ ਚਾਹੀਦਾ ਹੈ। ਇਟਸ ਨਾਟ ਦੈਟ ਡਿਫੀਕਲਟ। ਮੂਡਲ ਇਜ਼ ਆਲਸੋ ਵਨ ਆਫ ਦਾ ਬੈਸਟ ਲਰਨਿੰਗ ਮੈਨੇਜਮੈਂਟ ਸਿਸਟਮ, ਔਰ ਜਦੋਂ ਅਸੀਂ ਮੂਡਲ ਨੂੰ ਸਿੱਖਾਂਗੇ ਸਾਨੂੰ ਲੱਗੇਗਾ ਕਿ ਇਟਸ ਏ ਵੈਰੀ ਪਾਵਰਫੁਲ ਟੂਲ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਸ਼ੇਅਰ ਕੀਤੀਆਂ ਜੋ ਕਿ ਗੂਗਲ ਕਲਾਸਰੂਮ ਨੂੰ ਅਸੀਂ ਕਿਸ ਤਰ੍ਹਾਂ ਇਫੈਕਟਿਵਲੀ ਯੂਜ਼ ਕਰ ਸਕਦੇ ਹਾਂ। ਹੋਪਫੁਲੀ ਤੁਹਾਨੂੰ ਇਹ ਪਸੰਦ ਆਈਆਂ ਹੋਣਗੀਆਂ। ਸੋ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਆਪਣੇ YouTube ਚੈਨਲ ਰਾਹੀਂ ਸਾਡੇ ਅਧਿਆਪਕ ਸਾਥੀਆਂ ਨੂੰ ਬੈਟਰ ਇਕੁਇਪ ਕਰ ਸਕੀਏ ਕਿ ਉਹ ਕਿਸ ਤਰ੍ਹਾਂ ਔਨਲਾਈਨ ਟੀਚਿੰਗ ਨੂੰ ਇਫੈਕਟਿਵ ਬਣਾ ਸਕਦੇ ਹਨ, ਔਰ ਸਾਨੂੰ ਸੁਝਾਅ ਭੇਜੋ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹੋਰ ਬਿਹਤਰ ਤਰੀਕੇ ਨਾਲ ਅਸੀਂ ਆਪਣੇ ਅਧਿਆਪਕ ਸਾਥੀਆਂ ਨਾਲ ਜੁੜ ਸਕੀਏ। ਕਿਉਂਕਿ ਸਾਡਾ ਸਭ ਦਾ ਕਾਮਨ ਜੋ ਏਜੰਡਾ ਹੈ ਜਾਂ ਸਭ ਦਾ ਇੱਕੋ ਹੀ ਓਬਜੈਕਟਿਵ ਹੈ ਕਿ ਬੱਚਿਆਂ ਦੀ ਸਟੱਡੀਜ਼ ਕਦੇ ਇਫੈਕਟ ਨਾ ਕਰਨ। ਇਸ ਪੈਂਡੈਮਿਕ ਸਿਚੁਏਸ਼ਨ ਦੇ ਵਿੱਚ ਵੀ ਜੋ ਲਿਮਿਟੇਸ਼ਨਸ ਹਨ, ਓਵਰਕਮਿੰਗ ਆਲ ਦੋਜ਼ ਲਿਮਿਟੇਸ਼ਨਸ ਅਸੀਂ ਆਪਣੀਆਂ ਕਲਾਸਿਸ ਲੈ ਸਕੀਏ। ਥੈਂਕ ਯੂ ਵੈਰੀ ਮਚ। ਥੈਂਕਸ ਫॉर listening to this video। ਸੈਂਟਰ ਫॉर ਈ ਲਰਨਿੰਗ ਐਂਡ ਟੀਚਿੰਗ ਐਕਸਲੈਂਸ ਪੰਜਾਬੀ ਯੂਨੀਵਰਸਿਟੀ ਤੁਹਾਡਾ ਬਹੁਤ ਧੰਨਵਾਦ ਕਰਦਾ ਹੈ ਸਾਡੇ ਨਾਲ ਜੁੜਨ ਦੇ ਲਈ, ਔਰ ਤੁਹਾਨੂੰ ਅਸੀਂ ਅਸ਼ੋਰ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤਾਂ ਕਿ ਅਸੀਂ ਕਲੈਕਟਿਵਲੀ ਬੱਚਿਆਂ ਲਈ ਵੱਧ ਤੋਂ ਵੱਧ ਜੋ ਹੈ ਅਸੀਂ ਕੰਟਰੀਬਿਊਟ ਕਰ ਸਕੀਏ। ਥੈਂਕ ਯੂ ਵੈਰੀ